ਬਚਿੰਤ ਕੌਰ ਦੀ ਸਵੈ ਜੀਵਨੀ ਪੱਗ ਡੰਡੀਆਂ ਦਾ ਅਗਲਾ ਭਾਗ ਹੈ। ਸ਼ਾਂਤੀ ਬੋੜ। ਜੁਲਾਈ 1965 ਨੂੰ ਮੈਨੂੰ ਮੇਰੀ ਪੂਰੀ ਤਨਖਾਹ 198 ਰੁਪਏ ਤੇ ਕੁਝ ਪੈਸੇ ਮਿਲੇ। ਇੰਨੇ ਪੈਸੇ? 100 ਦੇ ਨੋਟ ਨੂੰ ਮੈਂ ਬਾਰ-ਬਾਰ ਦੇਖ ਰਹੀ ਸੀ। ਬਿਲਕੁਲ ਨਵਾਂ ਨਕੋਰ ਨੋਟ ਸੀ ਉਹ ਮੇਰੀ ਪਹਿਲੀ ਤਨਖਾਹ ਦਾ। 200 ਦੇ ਕਰੀਬ ਹੀ ਸਾਨੇ ਪੈਸੇ। ਪਹਿਲਾਂ ਤਾਂ ਮੈਂ ਬਾਥਰੂਮ 'ਚ ਜਾ ਕੇ ਇਹਨਾਂ ਪੈਸਿਆਂ ਨੂੰ ਮੁੱਠੀ ਖੋਲ੍ਹ ਚੰਗੀ ਤਰ੍ਹਾਂ ਨਿਹਾਰਿਆ। ਫਿਰ ਦਸੌਂਦ ਕੱਢ ਕੇ ਬਾਕੀ ਪੈਸੇ ਆਪਣੀ ਝੋਲੀ 'ਚ ਰੱਖ ਲਏ। ਘਰ ਆਉਂਦਿਆਂ ਮੈਂ ਰਸਤੇ 'ਚੋਂ ਬਰਫੀ ਦਾ 1 ਕਿਲੋ ਦਾ ਡੱਬਾ ਖਰੀਦਿਆ ਤੇ ਘਰ ਆ ਕੇ ਮੈਂ ਸਾਰੇ ਪੈਸੇ ਝੋਲੀ 'ਚੋਂ ਕੱਢ ਆਪਣੇ ਇਸ਼ਟ ਦੀ ਫੋਟੋ ਅੱਗੇ ਰੱਖ ਦਿੱਤੇ। ਮਨ ਹੀ ਮਨ ਅਰਦਾਸ ਕੀਤੀ ਕਿ ਹੇ ਮੇਰੇ ਸੱਚਿਆ ਪਾਤਸ਼ਾਹ, ਇਹਨਾਂ ਪੈਸਿਆਂ 'ਚ ਇੰਨੀ ਬਰਕਤ ਪਾਈ ਕਿ ਹੁਣ ਮੈਨੂੰ ਕਦੇ ਕਿਸੇ ਮੂਹਰੇ ਹੱਥ ਨਾ ਅੱਡਣਾ ਪਏ। ਖਾਸ ਕਰਕੇ ਆਪਣੇ ਪਤੀ ਦੇਵ ਅੱਗੇ ਵੀ ਨਹੀਂ, ਕਿਉਂਕਿ ਇੱਕ ਵਾਰੀ ਮੈਂ ਅੱਤ ਦੀ ਲੋੜ ਸਮੇਂ 24 ਅਲੀਪੁਰ ਰੋਡ ਰਹਿੰਦਿਆਂ ਉਹਨਾਂ ਤੋਂ 5 ਰੁਪਏ ਜ਼ਬਰਦਸਤੀ ਲੈ ਲਏ ਸਨ ਤੇ ਪਿੱਛੋਂ ਇਹਨਾਂ ਰੁਪਇਆਂ ਲਈ ਜੋ ਮੈਨੂੰ ਮਾਰ ਪਈ ਉਹ ਮੈਨੂੰ ਅਜੇ ਤੱਕ ਨਹੀਂ ਭੁੱਲਦੀ। ਭਾਵੇਂ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਇਹੋ ਜਿਹੀਆਂ ਗੱਲਾਂ ਭੁਲਾ ਦੇਣੀਆਂ ਹੀ ਠੀਕ ਹਨ, ਪਰ ਮਨ ਕੋਈ ਛੋਟੀ ਮੋਟੀ ਤਾਕਤ ਤਾਂ ਨਹੀਂ ਨਾ। ਖੈਰ, ਨੌਕਰੀ ਮਿਲਣ ਤੱਕ ਇੱਕ ਕਰਕੇ 400 ਰੁਪਏ ਹੋਰ ਮੈਂ ਜੋੜ ਲਏ ਸਨ, ਜਿਨ੍ਹਾਂ ਨੂੰ ਮੈਂ ਇੱਕ ਮਿੱਟੀ ਦੇ ਗੱਲੇ 'ਚ 1959 ਤੋਂ ਜੋੜ ਰਹੀ ਸੀ ਤੇ ਸੁੱਖ ਰੱਖੀ ਸੀ ਕਿ ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲ ਜਾਏਗੀ ਤੇ ਮੈਂ ਆਪਣੇ ਘਰ 'ਚ ਅਖੰਡ ਪਾਠ ਕਰਾਵਾਂਗੀ। ਸੋ ਅਗਸਤ ਮਹੀਨੇ ਮੈਂ ਆਪਣੀ ਝੌਂਪੜੀ ਨੂੰ ਬਣਾ ਸੁਆਰ ਕੇ ਗੋਹੇ ਮਿੱਟੀ ਨਾਲ ਲਿਪਿਆ ਪੋਚਿਆ। ਅਖੰਡ ਪਾਠ ਆਰੰਭ ਕਰਾਇਆ ਗਿਆ ਤੇ ਰਾਗੀ ਜਥੇ ਤੋਂ ਇਲਾਵਾ ਬੁਲਾਈ ਗਈ ਸੰਗਤ ਲਈ ਲੰਗਰ ਦਾ ਇੰਤਜ਼ਾਮ ਵੀ ਥੋੜ੍ਹਾ ਬਹੁਤਾ ਅਸੀਂ ਕੀਤਾ ਸੀ। ਸੋਚਿਆ ਮਿਲ ਮਿਲਾ ਕੇ 100 ਕੁ ਦੇ ਕਰੀਬ ਸੰਗਤ ਆ ਹੀ ਜਾਏਗੀ। ਸੋ ਅਖੰਡ ਪਾਠ ਦੀ ਸਮਾਪਤੀ ਵਾਲੇ ਦਿਨ ਅਸੀਂ ਝੌਂਪੜੇ ਦੇ ਨਾਲ ਹੀ ਉੱਬੜ ਖਾਬੜ ਥਾਂ ਉੱਤੇ ਇੱਕ ਛੋਟਾ ਜਿਹਾ ਟੈਂਟ ਵੀ ਲਗਵਾ ਲਿਆ। ਧਨੀ ਰਾਮ ਜੀ ਨੇ ਦਫ਼ਤਰੋਂ 2 ਮਾਲੀ ਵੀ ਸੰਗਤ ਦੀ ਸੇਵਾ ਲਈ ਭੇਜ ਦਿੱਤੇ ਸਨ ਤੇ ਉਹਨਾਂ ਦਾ ਸਾਰਾ ਪਰਿਵਾਰ ਤਾਂ ਸ਼ੁੱਕਰਵਾਰ ਤੋਂ ਹੀ ਪਾਠ ਦੀ ਸੇਵਾ 'ਚ ਜੁਟ ਗਿਆ ਸੀ। ਕੁੱਲ 400 ਰੁਪਏ। ਰਾਗੀ ਸਿੰਘਾਂ ਨੂੰ ਵੀ ਮਾਇਆ ਦੇਣੀ ਸੀ ਤੇ ਪਾਠੀ ਸਿੰਘਾਂ ਨੂੰ ਵੀ। ਟੈਂਟ ਵਾਲੇ ਕੋਲੋਂ ਕੱਚ ਦੇ ਗਲਾਸ ਤੇ ਵੱਡੇ ਪਤੀਲੇ ਵੀ ਲਏ ਸਨ। ਇਉਂ 100 ਕੁ ਆਦਮੀਆਂ ਦੇ ਲੰਗਰ ਤੇ ਚਾਹ ਪਾਣੀ ਦਾ ਇੰਤਜ਼ਾਮ ਖੁਸ਼ੀ ਕਰ ਲਿਆ ਸੀ। ਜਦੋਂ ਐਤਵਾਰ ਵਾਲੇ ਦਿਨ ਰਾਗੀ ਜਥੇ ਨੇ ਆ ਕੇ ਕੀਰਤਨ ਦਾ ਪਹਿਲਾ ਸ਼ਬਦ ਪੜ੍ਹਨਾ ਸ਼ੁਰੂ ਕੀਤਾ ਤੇ ਸਾਡੇ ਘਰਦਿਆਂ ਤੋਂ ਸਿਵਾ ਉੱਥੇ ਇੱਕ ਵੀ ਬੰਦਾ ਹੋਰ ਨਹੀਂ ਸੀ ਅੱਪੜਿਆ। ਮੈਂ ਤਾਂ ਦਿੱਲੀ 'ਚ ਰਹਿੰਦੇ ਆਪਣੇ ਸਾਰੇ ਰਿਸ਼ਤੇਦਾਰਾਂ ਤੇ ਭੈਣ ਭਾਈਆਂ ਤੋਂ ਸਿਵਾ ਦਫ਼ਤਰ ਦੇ ਵੀ ਕਈ ਬੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਇਸ ਸ਼ੁਭ ਘੜੀ 'ਤੇ ਆਉਣ ਲਈ। ਦਫ਼ਤਰ ਦੇ ਸਾਰੇ ਬੰਦੇ ਚੰਗੇ ਖਾਂਦੇ ਪੀਂਦੇ ਸਰਕਾਰੀ ਕੁਆਟਰਾਂ 'ਚ ਰਹਿਣ ਵਾਲੇ ਸਨ। ਰਿਸ਼ਤੇਦਾਰਾਂ ਵਿੱਚੋਂ 5-10 ਨੂੰ ਛੱਡ ਕੇ ਬਾਕੀ ਸਾਰੇ ਵਿਸ਼ਨੂੰ ਗਾਰਡਨ, ਰਣਜੀਤ ਨਗਰ, ਅਰਜਨ ਨਗਰ ਆਦਿ ਕਲੋਨੀਆਂ 'ਚ ਰਹਿੰਦੇ ਸੀ। ਪਰ ਝੌਂਪੜੀਆਂ 'ਚ ਰਹਿਣ ਵਾਲਾ ਤਾਂ ਮੇਰਾ ਕੋਈ ਵੀ ਰਿਸ਼ਤੇਦਾਰ ਨਹੀਂ ਸੀ ਸਿਵਾ ਮੇਰੇ ਪੜੋਸੀਆਂ ਦੇ। ਸਾਡੀ ਉਸ ਕਾਲੋਨੀ ਦਾ ਨਾਂ ਉਦੋਂ ਦੁਰਗਾ ਕਲੋਨੀ ਸੀ, ਅੱਜ ਵੀ ਸ਼ਾਇਦ ਇਹੀ ਨਾਂ ਹੈ, ਤੇ ਇੱਥੇ ਲੈ ਦੇ ਕੇ ਸਿੱਖ ਪਰਿਵਾਰ 6-7 ਤੋਂ ਵੱਧ ਨਹੀਂ ਸਨ ਵਸਦੇ। ਇਹਨਾਂ ਪਰਿਵਾਰਾਂ ਤੋਂ ਇਲਾਵਾ ਮੈਂ ਆਪਣੀ ਝੌਂਪੜੀ ਦੇ ਨਾਲ ਲੱਗਦੀ ਝੌਂਪੜੀ ਵਾਲੇ ਰਾਮ ਲੁਭਾਏ ਦੇ ਸਾਰੇ ਪਰਿਵਾਰ ਨੂੰ ਵੀ ਨਿਉਂਦਾ ਦੇ ਰੱਖਿਆ ਸੀ। ਪਿਛਲੀ ਝੌਂਪੜੀ 'ਚ ਰਹਿੰਦੀ ਰਣਜੀਤ ਦੀ ਮੰਮੀ ਨੂੰ ਵੀ ਰੋਟੀ ਖਾਣ ਲਈ ਕਿਹਾ ਸੀ। ਗੁਰਦੀਪ, ਜੋ ਪਿੱਛੋਂ MPhil 'ਚ ਮੇਰੀ ਕਲਾਸ ਫੈਲੋ ਬਣੀ ਸੀ, ਉਹਦੇ ਮਾਤਾ ਪਿਤਾ ਜੀ ਤਾਂ ਪੂਰਨ ਸਿੱਖ ਸਨ ਤੇ ਸਾਡੇ ਦੁੱਖ ਸੁੱਖ ਦੇ ਸਾਂਝੀ ਸਨ। ਰਾਮ ਲੁਭਾਇਆ ਪੁਰਾਣੇ ਨਵੇਂ ਜਿੰਦਿਆਂ ਨੂੰ ਚਾਬੀਆਂ ਲਾਉਣ ਦਾ ਕੰਮ ਕਰਦਾ ਸੀ। ਰਣਜੀਤ ਦੇ ਡੈਡੀ ਈਸਟ ਪਟੇਲ ਨਗਰ ਕਿਸੇ ਬੈਂਕ ਦੇ ਚੌਕੀਦਾਰ ਸਨ। ਸੱਜੇ ਪਾਸੇ ਦੀ ਝੌਂਪੜੀ ਵਾਲਾ ਰਾਮੂ ਟੁੱਟੀਆਂ ਭੱਜੀਆਂ ਬਾਲਟੀਆਂ ਸਵਾਰਨ ਦਾ ਕਿੱਤਾ ਕਰਦਾ ਸੀ ਤੇ ਗੁਰਦੀਪ ਦੇ ਪਿਤਾ ਜੀ ਉਦੋਂ ਕਿਸੇ ਟਰਾਂਸਪੋਰਟਰ ਨਾਲ ਕੰਮ ਕਰਦੇ ਸਨ। ਮਿਲ ਮਿਲਾ ਕੇ ਦੁਰਗਾ ਕਾਲੋਨੀ ਦੀਆਂ ਝੌਂਪੜੀਆਂ 'ਚ ਵਸਦੇ ਲੋਕ ਆਪਣੀ ਰੋਜ਼ੀ ਰੋਟੀ ਇਮਾਨਦਾਰੀ ਤੇ ਮਿਹਨਤ ਨਾਲ ਕਮਾ ਕੇ ਖਾਂਦੇ ਸਨ। ਇਸ ਕਲੋਨੀ ਦੀ ਮੇਨ ਰੋਡ ਜੋ ਬੁੱਧਾ ਗਾਰਡਨ ਨੂੰ ਜਾਂਦੀ ਹੈ, ਉੱਤੇ ਮੰਦਰ ਤੇ ਗੁਰਦੁਆਰਾ ਦੋਵੇਂ ਬਣੇ ਹੋਏ ਹਨ, ਪਰ ਸਾਡੀ ਕਲੋਨੀ 'ਚ ਵਸਦੇ ਲੋਕ ਇਹਨਾਂ ਵਿੱਚ ਬਸ ਕਿਸੇ ਦਿਨ ਤਿਉਹਾਰ ਨੂੰ ਹੀ ਦਿਖਾਈ ਦਿੰਦੇ ਸਨ। ਅੱਜ ਤਾਂ ਸਾਡੇ ਘਰ ਸਾਡੀ ਝੌਂਪੜੀ 'ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੀਰਤਨ ਆਰੰਭ ਹੋ ਚੁੱਕਿਆ ਸੀ। ਟੈਂਟ ਵਾਲਿਆਂ ਤੋਂ ਲਿਆਂਦੀ ਵੱਡੀ ਸਾਰੀ ਦਰੀ ਤੋਂ ਇਲਾਵਾ ਮੈਂ ਘਰ ਦੀਆਂ ਸਾਰੀਆਂ ਚਾਦਰਾਂ ਦਰੀਆਂ ਸਾਫ਼ ਸੁਥਰੀਆਂ ਧੋ ਸੁਆਰ ਕੇ ਟੈਂਟ 'ਚ ਵਿਛਾ ਰੱਖੀਆਂ ਸੀ। ਪਰ ਸੰਗਤ ਦਾ ਤਾਂ ਇੱਕ ਵੀ ਬੰਦਾ ਅਜੇ ਤੱਕ ਉੱਥੇ ਨਹੀਂ ਸੀ ਪਹੁੰਚਿਆ। ਸੂਰਜ ਤਾਂ ਖਾਸਾ ਚੜ੍ਹ ਆਇਆ ਸੀ। ਕਲਯੁਗ 'ਚ ਰਾਮ ਭੀਲਣੀ ਦੀ ਝੌਂਪੜੀ 'ਚ ਕਿਉਂ ਆਉਂਦੇ ਭਲਾ? ਵੱਡੀ ਦਰੀ, ਚਿੱਟੀਆਂ ਦੁੱਧ ਧੋ ਕੇ ਵਿਛਾਈਆਂ ਕਈ ਚਾਦਰਾਂ ਛੋਟੇ ਜਿਹੇ ਟੈਂਟ ਹੇਠਾਂ ਵਿਛੀਆਂ ਜਿਵੇਂ ਮੇਰਾ ਮੂੰਹ ਚੜਾ ਰਹੀਆਂ ਸੀ। ਸਰਦਾਰ ਸਾਹਿਬ ਦੇ ਚਿਹਰੇ ਉੱਪਰ ਵੀ ਉਦਾਸੀ ਦੀ ਇੱਕ ਪਰਤ ਜਿਹੀ ਫੈਲ ਗਈ ਸੀ। ਮੇਰੀ ਘਬਰਾਹਟ ਦੀ ਤਾਂ ਜਿਵੇਂ ਕੋਈ ਹੱਦ ਹੀ ਨਹੀਂ ਸੀ। ਮਾਂ ਦੀ ਦਾਲ ਸੁਬਾਹ ਸਵੇਰੇ ਤੋਂ ਗੁਰਦੁਆਰੇ ਦੇ ਵੱਡੇ ਦੇਗਚੇ 'ਚ ਰਿੱਝ ਰਹੀ ਸੀ।
ਗੁਰਦੁਆਰੇ ਵਿੱਚ ਹੀ ਤਵੀ ਲਾ ਕੇ ਸੰਗਤ ਲਈ ਪ੍ਰਸ਼ਾਦੇ ਤਿਆਰ ਕਰਨ ਦਾ ਇੰਤਜ਼ਾਮ ਕੀਤਾ ਗਿਆ ਸੀ। ਮੂੰਹ ਨੇਰੇ ਇਸ਼ਨਾਨ ਕਰਕੇ ਮੈਂ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਨ ਪਿੱਛੋਂ ਸੰਗਤ ਲਈ ਵੀ ਸੂਜੀ ਦਾ ਹਲਵਾ ਬਣਾ ਲਿਆ ਸੀ। ਪਰ ਹੁਣ ਤਾਂ ਦਿਨ ਦੇ 11 ਵੱਜਣ ਵਾਲੇ ਸਨ। ਟੈਂਟ 'ਚ ਮਸਾਂ 15-20 ਬੰਦੇ ਸਮੇਤ ਸਾਡੇ ਪਰਿਵਾਰ ਦੇ ਨਜ਼ਰ ਆ ਰਹੇ ਸਨ। ਧਨੀ ਰਾਮ ਜੀ ਦਾ ਪੂਰਾ ਪਰਿਵਾਰ ਆ ਗਿਆ ਸੀ। ਪਿਛਲੀ ਝੌਂਪੜੀ 'ਚ ਰਹਿੰਦੇ ਮੇਰੇ ਛੋਟੇ ਵੀਰ ਬਲਵੰਤ ਦੇ ਬੀਵੀ ਬੱਚੇ ਵੀ ਆ ਗਏ ਸਨ। ਲੰਗਰ ਦਾ ਵੇਲਾ 12 ਵਜੇ ਦਾ ਰੱਖਿਆ ਗਿਆ ਸੀ। ਸੋ ਰਾਗੀ ਸਿੰਘਾਂ ਨੇ 11:30 ਵਜੇ ਦੇ ਕਰੀਬ ਆਪਣਾ ਅੰਤਿਮ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ। ਜੇ ਸੁਣਨ ਵਾਲਾ ਕੋਈ ਨਾ ਹੋਵੇ ਤਾਂ ਕੀਰਤਨ ਕਰਨ ਵਾਲਿਆਂ ਨੂੰ ਵੀ ਕੀਰਤਨ ਕਰਨ ਦਾ ਆਨੰਦ ਨਹੀਂ ਆਉਂਦਾ। ਮੇਰੇ ਅੰਦਰੋਂ ਠੰਡਾ ਸੀਤ ਇੱਕ ਹੌਕਾ ਨਿਕਲ ਕੇ ਜਿਵੇਂ ਖੁੱਲ੍ਹੇ ਆਕਾਸ਼ 'ਚ ਫੈਲ ਗਿਆ। ਇਹ ਕੀ ਰੱਬਾ, 100 ਸੁੱਖਾਂ ਸੁੱਖ ਕੇ ਤਾਂ ਇਹ ਦਿਨ ਆਇਆ। ਫੂਹੀ ਕਰਕੇ ਮੈਂ ਇਸ ਸ਼ੁਭ ਘੜੀ ਲਈ 400 ਰੁਪਇਆ ਜੋੜਿਆ ਸੀ, ਜਿਹਦਾ ਮੈਂ ਚਾਈਂ ਸੰਗਤ ਲਈ ਲੰਗਰ ਤਿਆਰ ਕੀਤਾ। ਪਿਛਲੀਆਂ 4 ਰਾਤਾਂ ਤੋਂ ਮੈਂ ਪਲ ਇਸ ਸ਼ੁਭ ਘੜੀ ਦੀ ਤਿਆਰੀ 'ਚ ਜੁਟੀ ਹੋਈ ਸੀ। ਫਿਰ ਖੁਸ਼ੀ ਦੀ ਥਾਂ ਇਹ ਮਾਯੂਸੀ ਕਿਉਂ? ਰਾਗੀ ਸਿੰਘ ਆਪਣਾ ਆਖਰੀ ਸ਼ਬਦ ਪੜ੍ਹ ਰਹੇ ਸਨ ਤੇ ਮੈਂ ਟੈਂਟ ਦੇ ਦੁਆਰ ਉੱਤੇ ਹੱਥ ਜੋੜ ਕੇ ਖਲੋਤੀ ਚੁੱਪਚਾਪ ਸੰਗਤ 'ਚ ਟਾਵੇਂ ਬੈਠੇ ਕੁੱਲ 15-20 ਬੰਦਿਆਂ ਨੂੰ ਬਾਰ-ਬਾਰ ਗਿਣ ਰਹੀ ਸੀ। ਮੇਰਾ ਚਿੱਤ ਕੀਤਾ ਮੈਂ ਰਾਗੀ ਸਿੰਘਾਂ ਨੂੰ ਬੇਨਤੀ ਕਰਾਂ ਕਿ ਇੱਕ ਅੱਧ ਸ਼ਬਦ ਹੋਰ ਪੜ੍ਹ ਦੇਣ, ਸ਼ਾਇਦ ਸੰਗਤ ਆ ਹੀ ਜਾਏ। ਪਰ ਆਪਣੇ ਪਤੀ ਦੀਆਂ ਨਜ਼ਰਾਂ 'ਚ ਝਾਕਦੀ ਮੈਂ ਐਸਾ ਨਾ ਕਰ ਸਕੀ। ਪਤਾ ਨਹੀਂ ਕਿਉਂ ਠੀਕ ਉਸੇ ਵੇਲੇ ਦ੍ਰੋਪਦੀ ਤੇ ਪਾਂਡਵਾਂ ਦਾ ਇੱਕ ਕਥਾਨਕ ਮੇਰੇ ਜ਼ਿਹਨ 'ਚ ਉੱਘੜ ਆਇਆ। ਜਦੋਂ ਪਾਂਡਵ ਅਗਿਆਤਵਾਸ ਤੋਂ ਮੁੜ ਮਹਾਯੱਗ ਰਚਾਉਂਦੇ ਹਨ ਤੇ ਆਕਾਸ਼ ਵਿੱਚ ਘੰਟਾ ਨਹੀਂ ਵੱਜਦਾ, ਫਿਰ ਕ੍ਰਿਸ਼ਨ ਭਗਵਾਨ ਯੁਧਿਸ਼ਟਰ ਨੂੰ ਕਹਿੰਦੇ ਹਨ ਕਿ ਭਾਈ ਫਲਾਣਾ ਮਹਾਰਿਖੀ, ਜਦੋਂ ਤੱਕ ਤੁਹਾਡੇ ਇਸ ਯੱਗ 'ਚ ਆ ਕੇ ਭੋਜਨ ਨਹੀਂ ਛਕਦਾ ਤਦ ਤੱਕ ਆਕਾਸ਼ 'ਚ ਘੰਟਾ ਨਹੀਂ ਵੱਜੇਗਾ। ਤੇ ਦ੍ਰੋਪਦੀ ਨੰਗੇ ਪੈਰੀ ਜਾ ਕੇ ਉਸ ਮਹਾਰਿਖੀ ਅੱਗੇ ਹੱਥ ਜੋੜ ਕੇ ਉਹਨੂੰ ਭੋਜਨ ਛਕਣ ਲਈ ਬੇਨਤੀ ਕਰਦੀ ਹੈ ਤੇ ਇਉਂ ਉਹਨਾਂ ਦਾ ਯੱਗ ਸੰਪੂਰਨ ਹੋ ਜਾਂਦਾ ਹੈ। ਪਲ ਦੀ ਪਲ ਮੈਂ ਸੰਗਤ ਦੇ ਜੋੜਿਆਂ 'ਚ ਖੜੀ ਆਪਣੀ ਝੌਂਪੜੀ 'ਚ ਰਚਾਈ ਇਸ ਸਮਾਗਮ ਨੂੰ ਭੁੱਲ ਗਈ ਤੇ ਅਚਾਨਕ ਮੈਨੂੰ ਆਪਣੇ ਚਿਰਾਂ ਤੋਂ ਵਿਛੜੇ ਸ਼ਾਮ ਸਿੰਘ ਮਾਮੇ ਦੀ ਯਾਦ ਆ ਗਈ, ਜੋ ਕਿਲੇ ਵਾਲੇ ਸੰਤਾਂ ਦਾ ਪੱਕਾ ਅਨੁਯਾਈ ਬਣ ਗਿਆ ਸੀ ਤੇ ਹੁਣ ਉਹ ਪਿਛਲੇ ਕਈ ਵਰ੍ਹਿਆਂ ਤੋਂ ਸੰਤ ਗੁਰਦੀਪ ਸਿੰਘ ਦੇ ਨਾਲ ਉਹਨਾਂ ਦੀ ਪਰਛਾਈ ਵਾਂਗ ਰਹਿੰਦਾ ਸੀ। ਸੰਤ ਗੁਰਦੀਪ ਸਿੰਘ ਜੀ ਦਾ ਕੀਰਤਨ ਸੁਣਿਆ ਹੀ ਬਣਦਾ ਸੀ। ਉਹਨਾਂ ਦੇ ਗਲੇ 'ਚੋਂ ਸੋਜ਼ ਹੈ ਕਿ ਰੁੱਖਾਂ ਉੱਤੇ ਬੈਠੇ ਪਰਿੰਦੇ ਵੀ ਇੱਕ ਵਾਰੀ ਤਾਂ ਉਹਨਾਂ ਦੇ ਮੂੰਹ ਸ਼ਬਦ ਕੀਰਤਨ ਸੁਣ ਕੇ ਮਗਨ ਮੁਗਧ ਹੋ ਜਾਂਦੇ ਹਨ। ਉਹਨਾਂ ਦੇ ਸਹਾਇਕਾਂ ਵੱਲੋਂ ਕੀਰਤਨ ਸਮੇਂ ਵਜਾਏ ਜਾਂਦੇ ਸਾਜ਼, ਢੋਲਕੀ, ਚਿਮਟਾ, ਛੈਣਿਆਂ ਦਾ ਵੀ ਕੋਈ ਜਵਾਬ ਨਹੀਂ। ਬਸ ਸੰਤ ਜੀ ਇੱਕ ਵਾਰੀ ਰਾਗ ਅਲਾਪ ਦੇਣ, ਫਿਰ ਸੰਗਤ ਬਾਣੀ ਰਸ 'ਚ ਝੂਮ ਉੱਠਦੀ ਹੈ। ਮੈਂ ਉਹਨਾਂ ਦਾ ਕੀਰਤਨ ਸ਼ਾਹਪੁਰੇ ਦੇ ਗੁਰਦੁਆਰੇ 'ਚ 2 ਵਾਰੀ ਸੁਣ ਰੱਖਿਆ ਸੀ। ਉਹ ਲੋਕਾਂ ਦੇ ਘਰਾਂ 'ਚ ਜਾ ਕੇ ਕੀਰਤਨ ਕਦੇ ਨਹੀਂ ਸੀ ਕਰਦੇ। ਉਹਨਾਂ ਦਾ ਕੀਰਤਨ ਸੁਣਨ ਲਈ ਸੰਗਤ ਨੂੰ ਉਹਨਾਂ ਦੇ ਆਪਣੇ ਹੀ ਗੁਰਦੁਆਰੇ ਸ਼ਾਹਪੁਰੇ ਜਾਣਾ ਪੈਂਦਾ ਹੈ। ਤੇ ਜਦੋਂ ਰਾਗੀ ਸਿੰਘ ਆਨੰਦ ਸਾਹਿਬ ਪੜ੍ਹਨ ਲੱਗੇ ਤਾਂ ਮੈਂ ਕੀ ਵੇਖਦੀ ਹਾਂ ਕਿ ਸਾਹਮਣੇ ਅਚਾਨਕ ਮਾਮਾ ਸ਼ਾਮ ਸਿੰਘ ਤੇ ਸੰਤ ਗੁਰਦੀਪ ਸਿੰਘ ਆਪਣੇ ਸੇਵਕਾਂ ਸਮੇਤ ਸਾਡੀ ਝੌਂਪੜੀ ਵੱਲ ਆ ਰਹੇ ਹੈ। ਮੈਨੂੰ ਲੱਗਿਆ ਜਿਵੇਂ ਕੀੜੀ ਦੇ ਘਰ ਭਗਵਾਨ ਆ ਗਏ ਹੋਣ। ਕਿੱਥੇ ਬਿਠਾਵਾਂ, ਕੀ ਅਰਪਣ ਕਰਾਂ? ਪੱਥਰਾਂ ਦੀ ਝੌਂਪੜੀ, ਬਾਹਰ ਦਰੀਆਂ ਹੇਠਾਂ ਵੀ ਵੱਡੇ ਪੱਥਰ ਉੱਭਰੇ ਹੋਏ ਸਨ। ਸੰਤ ਗੁਰਦੀਪ ਸਿੰਘ ਜੀ ਨੂੰ ਆਪਣੀ ਝੌਂਪੜੀ 'ਚ ਦੇਖ ਮੇਰੀ ਖੁਸ਼ੀ ਦਾ ਕੋਈ ਪਾਰਾਵਾਰ ਨਾ ਰਿਹਾ। ਮੈਂ ਦੁੱਧ ਦੇ ਗਲਾਸ ਭਰ ਉਹਨਾਂ 'ਚ ਮਿੱਠਾ ਘੋਲਣ ਲੱਗੀ, ਪਰ ਮਾਮਾ ਜੀ ਨੇ ਮੇਰੇ ਕੰਨ ਕੋਲ ਨੂੰ ਹੋ ਕੇ ਕਿਹਾ, ਬਚਿੰਤ ਬੇਟੀ, ਕਿਸੇ ਚੀਜ਼ ਦੀ ਲੋੜ ਨਹੀਂ, ਸੰਤ ਜੀ ਤਾਂ ਇੱਥੇ ਕੀਰਤਨ ਕਰਨ ਆਏ ਹੈ। ਸੰਤ ਗੁਰਦੀਪ ਸਿੰਘ ਤੇ ਉਹਨਾਂ ਦੇ ਸੇਵਕਾਂ ਨੂੰ ਦੇਖ ਰਾਗੀ ਸਿੰਘਾਂ ਦੇ ਜਥੇ ਨੇ ਸੰਤਾਂ ਨੂੰ ਮੱਥਾ ਟੇਕਿਆ ਤੇ ਸਾਰਾ ਜਥਾ ਉੱਥੋਂ ਉੱਠ ਝੱਟ ਸੰਗਤ ਦੇ ਵਿੱਚ ਜਾ ਬੈਠਿਆ। ਰਾਗੀ ਜਥੇ ਵਾਲੀ ਥਾਂ ਹੁਣ ਸੰਤ ਜੀ ਤੇ ਉਹਨਾਂ ਦੇ ਸੇਵਕ ਜਾ ਬਰਾਜੇ ਸਨ। ਸੇਵਕਾਂ ਨੇ 5-7 ਮਿੰਟ ਤੱਕ ਲਗਾਤਾਰ ਆਪਣੇ ਸਾਜ਼ਾਂ ਨਾਲ ਐਸਾ ਸਮਾਂ ਬੰਨ੍ਹਿਆ ਕਿ ਮਿੰਟਾਂ 'ਚ ਸੰਗਤ ਦਾ ਉੱਥੇ ਜਿਵੇਂ ਇੱਕ ਹੜ੍ਹ ਜਿਹਾ ਆ ਗਿਆ। ਸੰਤਾਂ ਨੇ ਅੰਤਰ ਧਿਆਨ ਹੋ ਕੇ ਰਾਗ ਅਲਾਪਿਆ। ਬਸ ਫੇਰ ਕੀ ਸੀ, ਦੇਖਦਿਆਂ ਸਾਰੀਆਂ ਦਰੀਆਂ ਚੱਦਰਾਂ ਸੰਗਤਾਂ ਲਈ ਥੋੜ੍ਹੀਆਂ ਪੈ ਗਈਆਂ। ਕੁੱਲ 100 ਬੰਦਿਆਂ ਲਈ ਪ੍ਰਬੰਧ ਕੀਤਾ ਗਿਆ ਸੀ ਤੇ ਬੰਦਾ ਉੱਥੇ 400-500 ਤੋਂ ਵੀ ਵੱਧ ਆ ਕੇ ਜੁੜਿਆ। ਜਿੱਥੋਂ ਤੱਕ ਲਾਊਡ ਸਪੀਕਰ ਰਾਹੀਂ ਕੀਰਤਨ ਦੀ ਆਵਾਜ਼ ਜਾ ਰਹੀ ਸੀ, ਉੱਥੋਂ ਹੀ ਸੰਗਤ ਕੀਰਤਨ ਸੁਣਨ ਲਈ ਆ ਪਹੁੰਚੀ ਸੀ। ਘੰਟਾ ਕੁ ਪਹਿਲਾਂ ਜਿੱਥੇ ਮੈਨੂੰ ਦਾਲ ਤੇ ਰੋਟੀਆਂ ਬਚ ਜਾਣ ਦਾ ਤੌਖਲਾ ਹੋ ਰਿਹਾ ਸੀ, ਉੱਥੇ ਹੁਣ ਲੰਗਰ ਦੇ ਥੁੜ ਜਾਣ ਦੇ ਫਿਕਰ ਨੇ ਮੈਨੂੰ ਆ ਘੇਰਿਆ। ਸੰਤ ਜੀ ਇੱਕ ਪਿੱਛੋਂ ਦੂਜਾ, ਦੂਜੇ ਪਿੱਛੋਂ ਤੀਜਾ, ਤੀਜੇ ਪਿੱਛੋਂ ਚੌਥਾ ਲਗਾਤਾਰ ਸ਼ਬਦ ਪੜ੍ਹ ਰਹੇ ਸਨ। ਬਿੰਦ ਭਰ ਲਈ ਮੈਂ ਕਿਸੇ ਅਥਾਹ ਖੁਸ਼ੀ 'ਚ ਝੂਮਦੀ, ਫਿਰ ਚਿੰਤਾ 'ਚ ਆ ਘਿਰੀ। 100 ਬੰਦਿਆਂ ਦਾ ਇੰਤਜ਼ਾਮ ਤੇ ਸੰਗਤ ਤਾਂ ਜਿਵੇਂ ਕਿਸੇ ਪੁਰਬ ਉੱਤੇ ਜੁੜੀ ਹੋਈ ਹੋਵੇ। ਮਾਮਾ ਜੀ ਨੇ ਮੈਨੂੰ ਟੈਂਟ ਦੇ ਪਿੱਛੇ ਛੁਪੀ ਸਾਡੀ ਝੌਂਪੜੀ ਦੇ ਅੰਦਰ ਬੁਲਾਇਆ ਤੇ ਪੁੱਛਿਆ, ਬਚਿੰਤ ਬੇਟੀ, ਭੋਗ ਕਿੰਨੇ ਵਜੇ ਪਾਉਣਾ ਹੈ? ਹਾਂ, ਨਾਲੇ ਲੰਗਰ ਤਾਂ ਤਿਆਰ ਹੀ ਹੋਣਾ।
ਮੈਂ ਮਾਮਾ ਜੀ ਦੀ ਗੱਲ ਸੁਣ ਕੇ ਹੋਰ ਵੀ ਘਬਰਾ ਗਈ। ਮਾਮਾ ਜੀ ਲੰਗਰ ਦਾ ਪ੍ਰਬੰਧ ਤਾਂ ਮੇਰੀ ਪੂਰੀ ਗੱਲ ਸੁਣੇ ਬਗੈਰ ਮਾਮਾ ਜੀ ਚੁੱਪਚਾਪ ਜਾ ਕੇ ਸੰਤਾਂ ਕੋਲ ਬੈਠ ਗਏ। ਫਿਰ ਉਹਨਾਂ ਨੇ ਹੌਲੀ ਜਿਹੀ ਸੰਤਾਂ ਨੂੰ ਕੀਰਤਨ ਦੀ ਸਮਾਪਤੀ ਲਈ ਬੇਨਤੀ ਕੀਤੀ। ਸੰਤਾਂ ਨੇ ਜਦੋਂ ਆਨੰਦ ਸਾਹਿਬ ਪੜ੍ਹਨ ਲਈ ਧੁਨ ਛੇੜੀ ਤਾਂ ਉੱਤੇ ਜੁੜੀ ਸੰਗਤ ਨੇ ਸੰਤਾਂ ਨੂੰ ਇੱਕ ਸ਼ਬਦ ਹੋਰ ਪੜ੍ਹਨ ਲਈ ਬੇਨਤੀ ਕੀਤੀ, ਪਰ ਉਹਨਾਂ ਨੇ ਆਨੰਦ ਭਿਆ ਮੇਰੀ ਮਾਏ ਸ਼ਬਦ ਦੀ ਤੁਕ ਛੇੜ ਦਿੱਤੀ ਸੀ। ਮੈਂ ਚਾਰੋਂ ਤਰਫ ਨਿਗਾਹ ਮਾਰੀ, ਦੂਰ ਦੂਰ ਤੱਕ ਇੱਟਾਂ ਪੱਥਰਾਂ ਉੱਤੇ ਬੈਠੀ ਸੰਗਤ ਖੁਸ਼ੀ 'ਚ ਝੂਮ ਰਹੀ ਸੀ। ਸੰਤਾਂ ਦੇ ਮੁੱਖ ਉੱਤੇ ਵੀ ਖੁਸ਼ੀ ਤੇ ਹਰਸ਼ੋ ਉਲਾਸ ਦੀ ਪਿਆਰੀ ਭਾਵ ਪਸਰੀ ਹੋਈ ਸੀ। ਕੀਰਤਨ ਦੀ ਸਮਾਪਤੀ ਪਿੱਛੋਂ ਮਾਮਾ ਜੀ ਨੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਲੰਗਰ ਦਾ ਸਾਰਾ ਇੰਤਜ਼ਾਮ ਗੁਰਦੁਆਰੇ 'ਚ ਕੀਤਾ ਗਿਆ, ਕੋਈ ਵੀ ਜੀ ਬਿਨਾਂ ਪ੍ਰਸ਼ਾਦਾ ਛਕੇ ਨਾ ਜਾਵੇ। ਇਹ ਘਰਦਿਆਂ ਵੱਲੋਂ ਸੰਗਤ ਨੂੰ ਬੇਨਤੀ ਹੈ। ਮੈਂ ਮਾਮਾ ਜੀ ਵੱਲੋਂ ਕੀਤੀ ਗਈ ਬੇਨਤੀ ਸੁਣ ਕੇ ਹੋਰ ਵੀ ਘਾਬਰ ਗਈ ਤੇ ਮੈਂ ਮਨ ਹੀ ਮਨ ਆਪਣੇ ਪਰਮਾਤਮਾ ਅੱਗੇ ਅਰਦਾਸ ਕਰਨ ਲੱਗੀ, ਹੇ ਵਾਹਿਗੁਰੂ ਮੇਰੀ ਲਾਜ ਰੱਖ। ਮੈਨੂੰ ਤਾਂ ਜਿਵੇਂ ਕੁਝ ਸਮਝ ਹੀ ਨਾ ਆਵੇ। ਘਬਰਾਹਟ ਦੇ ਮਾਰਿਆ ਮੈਂ ਹੁਣ ਕਦੇ ਇੱਧਰ ਕਦੇ ਉੱਧਰ ਫਿਰ ਰਹੀ ਸੀ। ਮਾਮਾ ਜੀ ਨੇ ਮੇਰੇ ਸਿਰ ਉੱਤੇ ਹੱਥ ਰੱਖਦਿਆਂ ਕਿਹਾ, ਬੇਟੀ ਚਿੰਤਾ ਕਾਸਦੀ, ਸਭ ਭਲਾ ਹੋਏਗਾ। ਤੂੰ ਗੁਰਦੁਆਰੇ ਜਾ ਕੇ ਸੰਗਤ ਨੂੰ ਪਾਲਾਂ 'ਚ ਬਿਠਾ ਤੇ ਪੱਤਲਾਂ ਵੰਡ। ਮੈਂ ਪੱਤਲਾਂ ਲੈ ਕੇ ਗੁਰਦੁਆਰੇ ਪਹੁੰਚੀ, ਦੇਖਿਆ ਸੰਗਤ ਤਾਂ ਪਹਿਲਾਂ ਹੀ ਪਾਲਾਂ ਬੰਨੀ ਉੱਥੇ ਬੈਠੀ ਸੀ। ਮੇਰੇ ਮਗਰ ਹੀ ਮਾਮਾ ਜੀ ਆ ਗਏ। ਉਹਨਾਂ ਨੇ ਸੇਵਕਾਂ ਨੂੰ ਪ੍ਰਸ਼ਾਦੇ ਵਰਤਾਉਣ ਲਈ ਕਿਹਾ ਤੇ ਆਪ ਦਾਲ ਵਰਤਾਉਣ ਲੱਗ ਪਏ। ਸੰਤ ਜੀ ਗੁਰਦੁਆਰੇ ਦੇ ਅੰਦਰ ਜਾ ਬੈਠੇ ਸਨ। ਦੇਖਦਿਆਂ ਹੀ ਦੇਖਦਿਆਂ ਸਾਰੀ ਸੰਗਤ ਨੇ ਖੁਸ਼ੀ ਲੰਗਰ ਛਕਿਆ ਤੇ ਫਿਰ ਸਭ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਲੰਗਰ 'ਚ ਇੰਨੀ ਬਰਕਤ ਕਿੱਥੋਂ ਆਈ ਸੀ, ਇਹ ਸਭ ਉਹੀ ਜਾਣੇ। ਪਰਮਾਤਮਾ ਨੇ ਜਿਵੇਂ ਆਪ ਖਲੋ ਕੇ ਸਭ ਕਾਜ ਸਵਾਰਿਆ ਸੀ। ਹੁਣ ਮੇਰੇ ਮਨ ਦਾ ਕੋਨਾ ਖੁਸ਼ੀ 'ਚ ਮਹਿਕ ਉੱਠਿਆ ਸੀ। ਉਸ ਰਾਤ ਮੈਨੂੰ ਇੱਕ ਸੁਪਨਾ ਆਇਆ, ਜਿਵੇਂ ਮੈਂ ਖੁੱਲ੍ਹੀਆਂ ਵਾਦੀਆਂ 'ਚ ਜੰਗਲ ਦੀ ਹਿਰਨੀ ਵਾਂਗ ਚੁੰਗੀਆਂ ਭਰਦੀ ਭੱਜ ਰਹੀ ਹਾਂ। ਸਾਰੇ ਆਲੇ ਦੁਆਲੇ 'ਚ ਇੱਕ ਸੁਗੰਧ ਜਿਹੀ ਫੈਲੀ ਪਈ ਸੀ। ਜੰਗਲੀ ਫੁੱਲਾਂ ਦੀ ਖੁਸ਼ਬੂ ਮੇਰੇ ਸਾਹਾਂ ਨੂੰ ਟੁੰਬਦੀ ਮੇਰੇ ਨੈਣਾਂ 'ਚ ਇੱਕ ਮਸਤੀ ਜਿਹੀ ਭਰ ਰਹੀ ਸੀ। ਪਰ ਜਿਉਂ-ਜਿਉਂ ਮੈਂ ਅੱਗੇ ਵਧ ਰਹੀ ਸੀ, ਹਰੀ ਵਾਦੀ ਮਾਰੂਥਲ ਦੀ ਤੱਤੀ ਰੇਤ 'ਚ ਬਦਲ ਗਈ। ਮੇਰੇ ਅੱਗੇ ਇੱਕ ਸੁਨਹਿਰਾ ਮਿਰਗ ਭੱਜ ਰਿਹਾ ਹੈ, ਜਿਹਦੀ ਨਾਭੀ 'ਚ ਕਸਤੂਰੀ ਛੁਪੀ ਹੋਈ ਸੀ। ਮਗਰੋਂ ਇੱਕ ਬੁੱਢਾ ਵਲਵਲੇਵੇਂ ਸਿੰਗਾਂ ਵਾਲਾ ਹਿਰਨ ਆਪਣੇ ਦੋਵੇਂ ਸਿੰਗ ਮੇਰੀ ਵੱਖੀ 'ਚ ਖੁਬੋ ਦਿੰਦਾ ਹੈ ਤੇ ਮੈਂ ਲਹੂ ਲੁਹਾਨ ਹੋ ਉੱਥੇ ਹੀ ਧਰਤੀ 'ਤੇ ਡਿੱਗ ਪੈਂਦੀ ਹਾਂ। ਅਚਾਨਕ ਮੇਰੀ ਚੀਕ ਨਿਕਲ ਜਾਂਦੀ ਹੈ ਤੇ ਡਰ ਨਾਲ ਕੰਬ ਕੇ ਜਦੋਂ ਮੇਰੀ ਅੱਖ ਖੁੱਲ੍ਹਦੀ ਹੈ ਤੇ ਮੈਂ ਸੱਚਮੁੱਚ ਚੀਕਾਂ ਮਾਰ-ਮਾਰ ਰੋ ਰਹੀ ਹੁੰਦੀ ਹਾਂ ਤੇ ਮੇਰੀ ਛੋਟੀ ਬੇਟੀ ਮੇਰੇ ਮੂੰਹ ਤੋਂ ਰਜਾਈ ਉਤਾਰ ਮੈਨੂੰ ਹਿਲਾਉਣ ਕੇ ਪੁੱਛ ਰਹੀ ਹੁੰਦੀ ਹੈ, ਮੰਮੀ ਕੀ ਹੋਇਆ, ਕੋਈ ਡਰਾਉਣਾ ਸੁਪਨਾ ਆਇਆ ਸੀ? ਹਾਂ, ਤੇ ਮੈਂ ਸੱਚਮੁੱਚ ਆਪਣੀਆਂ ਤਿਪ ਵਰਸਦੀਆਂ ਪਲਕਾਂ ਨੂੰ ਆਪਣੀ ਚੁੰਨੀ ਦੀ ਚੂਕ ਨਾਲ ਪੂੰਝਦੀ ਹਾਂ, ਪਰ ਹੰਝੂ ਤਾਂ ਹੋਰ ਹੀ ਹੋਰ ਤੇਜ਼ ਵਹਿਣ ਲੱਗਦੇ ਆ। ਇਹ ਕਿਹਾ ਭਿਆਨਕ ਸੁਪਨਾ ਸੀ। ਹੁਣ ਤਾਂ ਮੈਂ ਕੰਡਿਆਂ ਦਾ ਪੈਂਡਾ ਤੈਅ ਕਰ ਚੁੱਕੀ ਇੱਕ ਘਣੇ ਬੋਹੜ ਦੀ ਛਾਵੇਂ ਆ ਬੈਠੀ ਸੀ। ਮੇਰੀ ਨੰਗੇ ਪੈਰਾਂ ਦੀ ਦੌੜ ਤਾਂ ਮੁੱਕ ਚੁੱਕੀ ਸੀ। ਫਿਰ ਅੱਜ ਇੱਕ ਕਿਹਾ ਭੈੜਾ ਸੁਪਨਾ ਮੈਨੂੰ ਸੁਬਾਹ ਸਵੇਰੇ ਆਇਆ ਸੀ। ਅਗਲਾ ਭਾਗ। ਜੋਬਨ ਰੁੱਤ। ਇਸ਼ਕ ਪਰ ਜ਼ੋਰ ਨਹੀਂ ਹੈ, ਇਹ ਆਤਿਸ਼ ਗਾਲਿਬ, ਜੋ ਲਗਾਏ ਨਾ ਲਗੇ ਔਰ ਬੁਝਾਏ ਨਾ ਬੁਝੇ। 1965 'ਚ ਜਦੋਂ ਮੈਂ ਤਕਰੀਬਨ ਆਪਣੀਆਂ 60-70 ਕੁਲੀਗ ਕੁੜੀਆਂ ਨਾਲ ਕੀ ਪੰਚ ਆਪਰੇਟਰ ਦੀ ਨੌਕਰੀ ਕਰ ਲਈ ਤਾਂ ਮੇਰੀ ਇਹੀ ਉਮਰ ਹੋਏਗੀ, ਕੋਈ 24-25 ਵਰ੍ਹਿਆਂ ਦੀ। 3 ਹੋਰ ਵਿਆਹੀਆਂ ਵਰ੍ਹੀਆਂ ਕੁੜੀਆਂ ਨੇ ਵੀ ਮੇਰੇ ਨਾਲ ਹੀ ਨੌਕਰੀ ਲਈ ਸੀ, ਪਰ ਬਾਕੀ ਸਭ ਕੁਆਰੀਆਂ ਸਨ ਤੇ ਬਹੁਤਾ ਕਰਕੇ ਸਰਕਾਰੀ ਸਕੂਲਾਂ 'ਚੋਂ 10ਵੀਂ ਪਾਸ ਕਰਕੇ ਹੀ ਨੌਕਰੀ 'ਤੇ ਲੱਗ ਗਈਆਂ ਸਨ। ਸ਼ਕਲਾਂ ਸੂਰਤਾਂ ਤਾਂ ਸਭ ਦੀਆਂ ਠੀਕ ਹੀ ਸੀ, ਪਰ ਉਹਨਾਂ ਦੇ ਦਿਲਾਂ 'ਚ ਬੇਤਹਾਸ਼ਾ ਉਮੰਗਾਂ ਉੱਠ ਰਹੀਆਂ ਸਨ। ਕਈ ਤਾਂ ਜੋਬਨ ਰੁੱਤ ਦੇ ਅਥਰੇ ਘੋੜਿਆਂ 'ਤੇ ਪਹਿਲਾਂ ਤੋਂ ਹੀ ਸਵਾਰ ਹੋ ਕੇ ਆਈਆਂ ਸਨ। ਅਗਸਤ ਮਹੀਨੇ ਦੀ ਪਹਿਲੀ ਵਰਖਾ ਜ਼ੋਰਾਂ ਨਾਲ ਆਈ ਸੀ। ਅਸੀਂ ਸਭ ਲੜਕੀਆਂ ਇੱਕੋ ਹਾਲ ਕਮਰੇ 'ਚ ਮਨਮੱਤੀਆਂ ਜੀਆਂ ਆਪਣੀਆਂ ਮਸ਼ੀਨਾਂ 'ਤੇ ਬੈਠੀਆਂ ਕਾਰਡ ਪੰਚ ਕਰ ਰਹੀਆਂ ਸੀ। ਬਾਹਰ ਸਾਉਣ ਮਹੀਨੇ ਦਾ ਪਹਿਲਾ ਮੀਂਹ ਛਮ ਵਸਣ ਲੱਗ ਪਿਆ। ਕਾਲੀਆਂ ਘਟਾਵਾਂ ਸਾਰੇ ਅੰਬਰ ਉੱਤੇ ਅਟਖੇਲੀਆਂ ਕਰਦੀਆਂ ਇਉਂ ਨੱਚ ਰਹੀਆਂ ਸੀ, ਜਿਵੇਂ ਨੀਲਾ ਅੰਬਰ ਨਾ ਹੋ ਕੇ ਸਾਰੀ ਧਰਤੀ ਇੱਕ ਵਿਹੜਾ ਬਣ ਗਈ ਹੋਵੇ। ਅਜਿਹੀਆਂ ਰੁੱਤਾਂ 'ਚ ਮੇਰੇ ਅੰਦਰੋਂ ਕੁਝ ਬੇਲਗਾਮ ਜਿਹਾ ਹੋ ਜਾਂਦਾ ਸੀ। ਮੈਂ ਸਹੀ ਕੁਝ ਨਹੀਂ ਸੀ ਸੋਚ ਸਕਦੀ ਕਿ ਮੈਂ ਉਸ ਵੇਲੇ ਕੀ ਚਾਹੁੰਦੀ ਸੀ। ਬਸ ਮੇਰਾ ਮਨ ਬੇਬਸੀ ਜਿਹੀ 'ਚ ਛਮ ਵਸਦੇ ਮੀਂਹ 'ਚ ਭਿੱਜਣਾ ਲੋੜਦਾ। ਕੋਇਲ ਦੀ ਕੂਕ ਸੁਣ ਕੇ ਅੰਦਰੋਂ ਕੋਈ ਕੂ ਜਾਗਦੀ ਤੇ ਹਰੇ ਭਰੇ ਲਹਿਰਾਉਂਦੇ ਖੇਤਾਂ 'ਚ ਅੰਨ੍ਹੇਵਾਹ ਪੈਲਾਂ ਪਾ ਮੇਰਾ ਮਨ ਨੱਚਣ ਲਈ ਬੇਬਲ ਹੁੰਦਾ। ਉਸ ਦਿਨ ਮੈਂ ਮਨ ਦੀ ਇਸੇ ਬੇਬਸੀ ਜਿਹੀ 'ਚ ਬਾਰੀ ਕੋਲ ਜਾ ਕੇ ਬਾਹਰ ਮੀਂਹ 'ਚ ਬਣਦੇ ਫੁੱਟਦੇ ਬੁਲਬੁਲੇ ਵੇਖਣ ਲੱਗ ਪਈ। ਅਚਾਨਕ ਦਫ਼ਤਰ 'ਚ ਭੱਜ ਦੌੜ ਮੱਚ ਗਈ। ਉੱਚੀਆਂ ਆਵਾਜ਼ਾਂ ਨੇ ਸਾਰੇ ਦਫ਼ਤਰ 'ਚ ਦਹਿਸ਼ਤ ਭਰ ਦਿੱਤੀ। ਸਾਰੀਆਂ ਕੁੜੀਆਂ ਇੱਕੋ ਵਾਰੀ ਇਉਂ ਬਾਹਰ ਭੱਜਣ ਲੱਗੀਆਂ ਜਿਵੇਂ ਭੇਡਾਂ ਦੇ ਬਾੜੇ ਨੂੰ ਅੱਗ ਲੱਗ ਗਈ ਹੋਵੇ। ਮੈਂ ਵੀ ਉਹਨਾਂ ਦੇ ਵਿੱਚ ਸੀ। ਬਾਹਰ ਆ ਕੇ ਕੀ ਦੇਖਦੀ ਹਾਂ ਕਿ ਐਡਮਿਨਿਸਟ੍ਰੇਟਿਵ ਅਫਸਰ, ਕਈ ਡਿਵੀਜ਼ਨਾਂ ਦੇ ਹੈੱਡ ਤੇ ਹੋਰ ਦਫ਼ਤਰ ਦਾ
ਕਾਰਪੈਂਟਰ ਲੇਡੀਜ਼ ਕਲੌਕ ਰੂਮ ਦੇ ਬੂਹੇ ਨੂੰ ਜ਼ੋਰ-ਜ਼ੋਰ ਦੀ ਇੱਕ ਕੁਹਾੜੀ ਨਾਲ ਤੋੜਨ ਲੱਗਿਆ ਹੋਇਆ ਸੀ। ਬੂਹਾ ਅੰਦਰੋਂ ਬੰਦ ਸੀ ਤੇ ਇੱਕ ਦੋ ਹੋਰ ਬੰਦੇ ਵੀ ਉਹਦੀ ਮਦਦ ਕਰ ਰਹੇ ਸਨ। ਇੱਕ ਪਤਲੀ ਮਲੂਕ ਕੁੜੀ ਨੂੰ ਉੱਪਰਲੇ ਰੋਸ਼ਨਦਾਨ ਰਾਹੀਂ ਕਲੌਕ ਰੂਮ ਦੇ ਅੰਦਰ ਲੰਘਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਕਿ ਉਹ ਅੰਦਰ ਜਾ ਕੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਸਕੇ। ਇੱਕ ਸਵਾਲ ਭੀੜ 'ਚ ਉੱਭਰਿਆ, ਹੋਇਆ ਕੀ? ਅਸਲ ਗੱਲ ਕੋਈ ਨਹੀਂ ਸੀ ਜਾਣਦਾ। ਭੀੜ 'ਚ ਤਰ੍ਹਾਂ-ਤਰ੍ਹਾਂ ਦੀ ਘੁਸਰ-ਮੁਸਰ ਹੋ ਰਹੀ ਸੀ ਤੇ ਮੇਰੇ ਵੀ ਕੁਝ ਪਿੜ ਪੱਲੇ ਨਹੀਂ ਸੀ ਪੈ ਰਿਹਾ। ਆਖਰ ਇੱਕ ਘਸੁੰਨ-ਵੱਟਾ ਜਿਹੀ ਕੁੜੀ ਬਿਮਲਾ ਨੇ ਮੇਰੇ ਕੰਨ ਕੋਲ ਨੂੰ ਹੁੰਦਿਆਂ ਮੈਨੂੰ ਹੌਲੀ ਜਿਹੀ ਦੱਸਿਆ ਕਿ ਮਿਸ ਜੈਕਸਨ ਨੇ ਜ਼ਹਿਰ ਖਾ ਲਿਆ ਕਲੌਕ ਰੂਮ ਦੇ ਅੰਦਰ। ਕਿਉਂ? ਕਿਉਂਕਿ ਰਮੇਸ਼ ਦੇ ਮਾਪੇ ਈਸਾਈ ਕੁੜੀ ਨਾਲ ਰਮੇਸ਼ ਦਾ ਵਿਆਹ ਕਰਨ ਲਈ ਰਾਜ਼ੀ ਨਹੀਂ ਸੀ ਹੋ ਰਹੇ। ਰਮੇਸ਼ ਕੌਣ? ਬਸ ਤੁਸੀਂ ਵੀ ਘੁੱਗੂ ਹੀ ਹੋ ਮਿਸਿਸ ਕੌਰ। ਰਮੇਸ਼ ਉਹੀ ਕਸ਼ਮੀਰੀ ਮੁੰਡਾ ਜੋ ਸੀਨੀਅਰ ਕੰਪਿਊਟਰ ਏ। ਉਹ ਗੋਰਾ-ਗੋਰਾ, ਬਹੁਤ ਹੀ ਸੋਹਣਾ ਜਿਹਾ, ਤਿੱਖੇ-ਤਿੱਖੇ ਨਕਸ਼ਾਂ ਵਾਲਾ। ਬਿਮਲਾ ਦੱਸਦੀ ਗਈ, ਪਰ ਮੈਨੂੰ ਰਮੇਸ਼ ਦੀ ਕੋਈ ਪਛਾਣ ਨਹੀਂ ਸੀ। ਤੇ ਹੁਣ ਰਮੇਸ਼ ਦਾ ਬੱਚਾ ਹੈ ਕਿੱਥੇ? ਇੱਕ ਹੋਰ ਕੁੜੀ ਜੋ ਮਿਸ ਜੈਕਸਨ ਦੀ ਸਹੇਲੀ ਸੀ ਸਾਡੇ ਕੋਲ ਆ ਕੇ ਬੋਲੀ। ਰਮੇਸ਼ ਵਿਚਾਰਾ ਤਾਂ ਸਾਰੀ ਭੀੜ 'ਚ ਘਿਰਿਆ ਅੱਖਾਂ ਨੀਵੀਆਂ ਕਰੀ ਡਾਇਰੈਕਟਰ ਦੇ ਕੋਲ ਖੜਾ ਕੰਬ ਰਿਹਾ ਸੀ। ਹੁਣ ਦੇਖ ਕਿਵੇਂ ਭਿੱਜੀ ਬਿੱਲੀ ਬਣਿਆ ਖੜਾ। ਵੱਡਾ ਰਾਂਝਾ ਬਣਿਆ ਫਿਰਦਾ ਸੀ। ਮਾਂ ਪਿਓ ਨੂੰ ਨਹੀਂ ਸੀ ਮਨਾ ਸਕਦਾ। ਇੱਕ ਅੱਲੜ ਜਿਹੀ ਆਵਾਜ਼ ਭੀੜ 'ਚੋਂ ਹੋਰ ਸੁਣਾਈ ਦਿੱਤੀ। ਜਿੰਨੇ ਮੂੰਹ ਓਨੀਆਂ ਹੀ ਗੱਲਾਂ ਸਨ। ਖੈਰ, ਦਰਵਾਜ਼ਾ ਤੋੜ ਕੇ ਮਿਸ ਜੈਕਸਨ ਨੂੰ ਬੇਹੋਸ਼ੀ ਦੀ ਹਾਲਤ 'ਚ ਬਾਹਰ ਕੱਢਿਆ ਗਿਆ ਤੇ ਉਲਟੀਆਂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦ ਗੱਲ ਨਾ ਹੀ ਸੂਤ ਆਈ ਫਿਰ ਉਹਨੂੰ ਇੱਕ ਪ੍ਰਾਈਵੇਟ ਹਸਪਤਾਲ 'ਚ ਲਿਜਾਇਆ ਗਿਆ। ਪੂਰੇ 2 ਦਿਨ ਤੱਕ ਉਹਨੂੰ ਉੱਥੇ ਰੱਖਿਆ ਗਿਆ। ਤੀਜੇ ਦਿਨ ਰਮੇਸ਼ ਕੌਲ ਦਾ ਬੌਸ ਰਮੇਸ਼ ਦਾ ਪਿਓ ਬਣਿਆ ਤੇ ਮਿਸਿਸ ਰਾਮਜੀ ਲਾਲ ਜੋ ਮਿਸ ਜੈਕਸਨ ਦੀ ਗੂੜ੍ਹੀ ਸਹੇਲੀ ਸੀ ਉਹਦੀ ਮਾਂ ਬਣੀ ਤੇ ਦੋਵਾਂ ਦੀਆਂ ਲਾਵਾਂ ਪੜ੍ਹਾਉਣ ਦਾ ਬੰਦੋਬਸਤ ਕੀਤਾ ਗਿਆ। ਜਦੋਂ ਸਭ ਤਿਆਰੀ ਹੋ ਗਈ ਤਾਂ ਇੱਕ ਪ੍ਰਸ਼ਨ ਉੱਠ ਖੜਾ ਹੋਇਆ ਕਿ ਮਿਸ ਜੈਕਸਨ ਨੂੰ ਪਹਿਲਾਂ ਪੰਡਤ ਕੋਲ ਲਿਜਾ ਕੇ ਹਿੰਦੂ ਧਰਮ 'ਚ ਬਦਲਿਆ ਜਾਏ। ਸੋ ਬਿਰਲਾ ਮੰਦਰ ਤੋਂ ਇੱਕ ਪੰਡਤ ਲਿਆਂਦਾ ਗਿਆ। ਮਿਸਿਸ ਰਾਮਜੀ ਲਾਲ ਦੇ ਘਰ ਉਸ ਪੰਡਤ ਨੇ ਆਪਣੇ ਮੰਤਰ ਪੜ੍ਹ ਕੇ ਮਿਸ ਜੈਕਸਨ ਨੂੰ ਈਸਾਈ ਕੁੜੀ ਤੋਂ ਹਿੰਦੂ ਕੁੜੀ ਬਣ ਜਾਣ ਦਾ ਦਰਜਾ ਦੇ ਦਿੱਤਾ। ਜਦੋਂ ਪੰਡਤ ਸਾਰੇ ਮੰਤਰ ਪੜ੍ਹਨ ਪਿੱਛੋਂ ਆਪਣੀ ਮੁੱਠ ਗਰਮ ਕਰਕੇ ਜਾਣ ਲੱਗਿਆ ਤਾਂ ਰਮੇਸ਼ ਕੌਲ ਨੇ ਪੰਡਤ ਨੂੰ ਸਹਿਜ ਮਨ ਨਾਲ ਹੀ ਪੁੱਛ ਲਿਆ, ਪੰਡਤ ਜੀ, ਹੁਣ ਮਿਸ ਜੈਕਸਨ ਹਿੰਦੂ ਕੁੜੀ ਬਣ ਗਈ ਹੈ ਨਾ? ਪੰਡਤ ਆਪ ਹੀ ਬੋਲ ਉੱਠਿਆ, ਰਮੇਸ਼ ਭਾਈ, ਕभी ਗਧਾ ਵੀ ਘੋੜਾ ਬਣੇ। ਇਹ ਗੱਲ ਸੁਣ ਕੇ ਮਿਸ ਜੈਕਸਨ ਗੁੱਸੇ 'ਚ ਲਾਲ ਪੀਲੀ ਹੋ ਗਈ, ਪਰ ਪਿੱਛੋਂ ਫਿਲਮੀ ਸਟਾਈਲ ਨਾਲ ਦੋਹਾਂ ਦੀ ਸ਼ਾਦੀ ਕਰਾ ਦਿੱਤੀ ਗਈ। ਬਾਅਦ 'ਚ ਪਤਾ ਲੱਗਿਆ ਮਿਸ ਜੈਕਸਨ ਨੇ ਕੋਈ ਜ਼ਹਿਰ ਜ਼ੂਰ ਨਹੀਂ ਸੀ ਖਾਧੀ, ਬਸ ਗੁੱਸੇ 'ਚ ਆ ਕੇ ਨੀਂਦ ਦੀਆਂ ਗੋਲੀਆਂ ਹੀ ਖਾਧੀਆਂ ਸੀ। ਠੀਕ ਇਸ ਹਾਦਸੇ ਤੋਂ 5ਵੇਂ ਦਿਨ ਪਿੱਛੋਂ ਇੱਕ ਜਮਨਾ ਪਾਰ ਰਹਿੰਦੀ ਕੁੜੀ ਮਿਸ ਮੰਜੂ ਆਪਣੇ ਆਪ ਨੂੰ ਅੱਗ ਲਾ ਕੇ ਸੜ ਕੇ ਮਰ ਗਈ। ਸਾਰਾ ਦਫ਼ਤਰ ਕਾਂਡੋਲੈਂਸ ਮੀਟਿੰਗ ਵਿੱਚੋਂ ਬੰਦ ਹੋ ਗਿਆ ਤੇ ਅਸੀਂ ਸਾਰੀਆਂ ਦੀਆਂ ਸਾਰੀਆਂ ਕੁੜੀਆਂ ਟੈਕਸੀਆਂ ਸਕੂਟਰਾਂ ਰਾਹੀਂ ਜਮਨਾ ਪਾਰ ਉਹਦੇ ਘਰ ਪਹੁੰਚੀਆਂ। ਲਾਸ਼ ਅਜੇ ਇਰਵਨ ਹਸਪਤਾਲ ਤੋਂ ਘਰ ਨਹੀਂ ਸੀ ਪਹੁੰਚੀ। ਉਹਦੇ ਘਰ ਦੇ ਤਾਂ ਸਾਰੇ ਜੀ ਇਸ ਘੋਰ ਬਿਪਤਾ 'ਚ ਪਤਾ ਨਹੀਂ ਕਿੱਥੇ ਕੋਈ ਪੁਲਿਸ ਕੋਲ, ਕੋਈ ਹਸਪਤਾਲ 'ਚ ਨੱਠੇ ਭੱਜੇ ਫਿਰ ਰਹੇ ਸੀ। ਪਰ ਗਲੀ ਮੁਹੱਲੇ ਦੇ ਲੋਕਾਂ ਦੀਆਂ ਗੱਲਾਂ ਸੁਣੀਆਂ ਕਿਹੜਾ ਜਾਂਦੀਆਂ ਸੀ। ਕੋਈ ਕਹੇ ਕੁੜੀ ਨੂੰ ਮਰਨ ਲਈ ਉਸ ਬੰਦੇ ਨੇ ਮਜਬੂਰ ਕੀਤਾ ਜਿਹਨੇ ਉਹਦੀ ਨੌਕਰੀ ਲਗਵਾਈ ਸੀ। ਮਰਿਆ ਆਪ ਪੂਰੇ 50 ਵਰ੍ਹਿਆਂ ਦਾ ਤੇ ਕੁੜੀ ਮਸਾਂ 22-23 ਦੀ। ਦਿਨ ਰਾਤ ਜਿੱਥੇ ਮਰਜ਼ੀ ਕੁੜੀ ਨੂੰ ਲਈ ਫਿਰਦਾ ਸੀ ਔਂਤਰਾ ਤੇ ਉਹਨੂੰ ਵਿਆਹ ਨਹੀਂ ਸੀ ਕਰਨ ਦਿੰਦਾ। ਜਦੋਂ ਲਾਸ਼ ਘਰ ਪਹੁੰਚੀ ਤਾਂ ਬਾਕੀਆਂ ਨਾਲ ਮੈਂ ਵੀ ਮੰਜੂ ਦਾ ਬੁਰੀ ਤਰ੍ਹਾਂ ਜਲਿਆ ਚਿਹਰਾ ਇੱਕ ਨਜ਼ਰ ਦੇਖਿਆ ਤੇ ਫਿਰ ਕਈ ਮਹੀਨੇ ਤੱਕ ਉਹੀ ਚਿਹਰਾ ਮੇਰੇ ਸਾਹਮਣੇ ਸਾਕਾਰ ਹੁੰਦਾ ਰਿਹਾ। ਇਸ ਘਟਨਾ ਤੋਂ ਪਿੱਛੋਂ ਕਈ ਦਿਨਾਂ ਤੱਕ ਦਫ਼ਤਰ 'ਚ ਇੱਕ ਅਜੀਬ ਜਿਹਾ ਵਾਤਾਵਰਨ ਬਣਿਆ ਰਿਹਾ, ਜਿਵੇਂ ਸਭਨਾਂ ਦੇ ਹੋਠ ਪਥਰਾਏ ਗਏ ਹੋਣ। ਅਲੱਗ-ਅਲੱਗ ਪਿਆਰ ਕਰਨ ਵਾਲੇ ਮੁੰਡੇ ਕੁੜੀਆਂ ਦੇ ਨੈਣਾਂ ਦੀ ਮਸਤੀ ਗੁੰਮ ਹੋ ਗਈ ਸੀ ਤੇ ਸਾਰੀਆਂ ਮੁਸਕਰਾਹਟਾਂ ਨੂੰ ਪੇਪੜੀ ਬਣੇ ਬੁੱਲ੍ਹਾਂ ਨੇ ਅੰਦਰ ਹੀ ਅੰਦਰ ਘੁੱਟ ਲਿਆ ਸੀ। ਮੰਜੂ ਦੀ ਮਸ਼ੀਨ ਹੁਣ ਖਾਲੀ ਪਈ ਰਹਿੰਦੀ। ਕਿਸੇ ਕੁੜੀ ਦੀ ਮਸ਼ੀਨ ਖਰਾਬ ਹੋ ਜਾਂਦੀ ਤਾਂ ਵੀ ਕੋਈ ਕੁੜੀ ਮੰਜੂ ਦੀ ਸੀਟ 'ਤੇ ਨਹੀਂ ਸੀ ਬਹਿੰਦੀ। ਮਹੀਨੇ ਕੁ ਪਿੱਛੋਂ ਇੱਕ ਨਵੇਂ ਲੜਕੇ ਨੇ ਕੀ ਪੰਚ ਆਪਰੇਟਰ ਦਾ ਕੰਮ ਸੰਭਾਲਿਆ ਤੇ ਉਹਨੂੰ ਮੰਜੂ ਦੀ ਸੀਟ ਉੱਤੇ ਬਿਠਾਇਆ ਗਿਆ। ਪਰ ਪਤਾ ਨਹੀਂ ਕੀ ਸੋਚ ਕੇ ਮੈਂ ਉਸ ਲੜਕੇ ਨਾਲ ਆਪਣੀ ਸੀਟ ਬਦਲ ਲਈ, ਕਿਉਂਕਿ ਮੈਂ ਇਹਨਾਂ ਵਹਿਮਾਂ ਭਰਮਾਂ 'ਚੋਂ ਆਪਣੇ ਆਪ ਨੂੰ ਕੱਢਣਾ ਚਾਹੁੰਦੀ ਸੀ। ਪੰਚਿੰਗ, ਵੈਰੀਫਿਕੇਸ਼ਨ, ਕੋਡਿੰਗ, ਲਿਸਟਿੰਗ, ਕੰਪਾਈਲੇਸ਼ਨ ਆਦਿ। ਬਸ ਪੂਰੇ 2 ਸਾਲ ਤੱਕ ਤਾਂ ਸਰਕਾਰੀ ਦਫ਼ਤਰਾਂ 'ਚ ਨਵੇਂ ਆਏ ਨੂੰ ਪੁਰਾਣੇ ਬੰਦੇ ਗਧੇ ਦੀ ਤਰ੍ਹਾਂ ਕੰਮ ਚਲਾਈ ਰੱਖਦੇ ਸੀ। ਪ੍ਰੀਖਣ ਸਮਾਂ, ਪ੍ਰੋਬੇਸ਼ਨ ਪੀਰੀਅਡ ਜੋ ਹੁੰਦਾ ਹੈ, ਮੇਰੀ ਇੱਕ ਸਹੇਲੀ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਹੀ ਹੋਣ ਵਾਲਾ ਸੀ। ਇੱਕ ਦਿਨ ਸੁਬਾਹ ਸਵੇਰੇ ਸਾਡੇ ਵੱਡੇ ਅਫਸਰ ਨੇ ਮੈਨੂੰ ਤੇ ਮੇਰੀ ਉਸ ਸਹੇਲੀ ਨੂੰ अपने कमरे 'ਚ बुला के कहा, शशि, आपके 2 साल पूरे हो चुके हैं, अभी तक आपको पंचिंग नहीं करनी आती। वो बेचारी चुप रही। फिर मैंने पूछन लगे, कदों ज्वाइन किया सी? जी 23 जून को।
ਮੈਨੂੰ ਤਾਂ ਅਜੇ ਪੂਰਾ ਸਾਲ ਭਰ ਵੀ ਨਹੀਂ ਸੀ ਹੋਇਆ ਜੁਆਇਨ ਕੀਤਿਆਂ ਕਿ ਸਾਹਿਬ ਨੇ ਪਤਾ ਨਹੀਂ ਕੀ ਸੋਚ ਕੇ ਦੂਜੇ ਦਿਨ ਮੈਨੂੰ ਇੱਕ ਝੂਠਾ ਮੀਮੋ ਇਸ਼ੂ ਕਰਵਾ ਦਿੱਤਾ ਕਿ ਪਿਛਲੇ ਸ਼ਨੀਵਾਰ ਨੂੰ ਮੈਂ 4:30 ਵਜੇ ਦੀ ਬਜਾਏ ਦਫ਼ਤਰੋਂ 4 ਵਜੇ ਚਲੀ ਗਈ ਸੀ। ਇਉਂ ਜਦੋਂ ਸਾਡਾ ਉਹ ਬਿੱਗ ਬੌਸ ਭੁੱਲ ਭੁਲੇਖੇ 'ਚ ਹੀ ਕਿਸੇ ਦਾ ਪ੍ਰੋਬੇਸ਼ਨਲ ਪੀਰੀਅਡ ਬਿਨਾਂ ਮੀਮੋ ਦਿੱਤਿਆਂ ਪੂਰਾ ਨਹੀਂ ਸੀ ਹੋਣ ਦਿੰਦਾ। ਸਾਡਾ ਦਫ਼ਤਰ ਕਿਉਂਕਿ ਰਿਸਰਚ ਇੰਸਟੀਚਿਊਟ ਸੀ, ਇਸ ਕਰਕੇ ਉੱਥੇ ਖੋਜ ਦਾ ਹੀ ਕੰਮ ਬਹੁਤਾ ਹੁੰਦਾ ਸੀ ਅਤੇ ਹੁਣ ਵੀ ਹੁੰਦਾ ਹੈ। ਇਸੇ ਕਰਕੇ ਇੱਥੇ 70% ਵਿਗਿਆਨੀ ਸਨ ਅਤੇ 30% ਹੀ ਬਾਕੀ ਸਟਾਫ, ਜਿਸ 'ਚ ਅਸੀਂ ਕੀ ਪੰਚ ਆਪਰੇਟਰਸ ਵੀ ਆਉਂਦੇ ਸੀ। ਸਾਰੇ ਦਫ਼ਤਰ ਦੇ ਬਹੁਤੇ ਕੰਮ ਦਾ ਭਾਰ ਤਾਂ ਐਡਮਿਨਿਸਟ੍ਰੇਟਿਵ ਸਟਾਫ ਉੱਤੇ ਹੀ ਰਹਿੰਦਾ ਸੀ, ਕਿਉਂਕਿ ਛੁੱਟੀਆਂ ਦਾ ਹਿਸਾਬ, ਨਵੀਆਂ ਪੋਸਟਾਂ ਦੀ ਕਾਰਵਾਈ, ਲੈਣ ਦੇਣ ਦਾ ਹਿਸਾਬ ਕਿਤਾਬ ਆਦਿ ਤੋਂ ਬਿਨਾਂ ਸਾਰੇ ਸਟਾਫ ਦੀਆਂ ਤਨਖਾਹ ਬਣਾਉਣਾ, ਵੰਡਣਾ ਹੋਰ ਕਿੰਨੀ ਖੱਜਲ ਖੁਆਰੀ ਸੀ। ਖਾਸ ਕਰਕੇ ਉਹਨਾਂ ਵਿਗਿਆਨੀਆਂ ਦੀ ਜਿਨ੍ਹਾਂ ਨੇ ਆਪ ਕੁਝ ਨਹੀਂ ਸੀ ਕਰਨਾ ਹੁੰਦਾ, ਸਿਵਾਏ ਇਹਦੇ ਕਿ ਸਕੇਲ ਵਧਾਉਣ ਲਈ ਰੋਜ਼ ਨਵੇਂ ਤੋਂ ਨਵਾਂ ਰਿਪਰੈਜ਼ੈਂਟੇਸ਼ਨ ਤਿਆਰ ਕਰਦੇ ਸਨ ਅਤੇ ਐਡਮਿਨਿਸਟ੍ਰੇਸ਼ਨ ਨੂੰ ਕਾਪੀ ਦੇਣ ਤੋਂ ਪਹਿਲਾਂ ਮੇਨ ਆਫਿਸ ਉਹਦੀ ਇੱਕ ਕਾਪੀ ਸੈਕਟਰੀ ਜਾਂ ਮਿਨਿਸਟਰ ਤੱਕ ਪਹੁੰਚਾਉਣ ਲਈ ਭੋਰਾ ਢਿੱਲ ਨਾ ਕਰਦੇ। ਕਲਰਕ, ਟਾਈਪਿਸਟ, ਸਟੈਨੋਗ੍ਰਾਫਰ ਆਦਿ ਸਟਾਫ ਤੋਂ ਬਿਨਾਂ ਪੰਚਿੰਗ ਯੂਨਿਟ ਨੂੰ ਵੀ ਜੀ ਮਾਰ ਕੇ ਮਿਹਨਤ ਕਰਨੀ ਪੈਂਦੀ ਸੀ, ਕਿਉਂਕਿ ਕੰਪਿਊਟਰ ਦਾ ਸਾਰਾ ਕੰਮ ਤਾਂ ਪੰਚਿੰਗ ਉੱਤੇ ਹੀ ਨਿਰਭਰ ਸੀ। ਫਿਰ ਉੱਤੋਂ ਕੰਪਿਊਟਰ ਸੈਕਸ਼ਨ 'ਚ ਉਦੋਂ 24 ਘੰਟੇ ਕੰਮ ਹੁੰਦਾ ਸੀ ਅਤੇ ਮੁੰਡਿਆਂ ਦੀਆਂ ਤਾਂ ਰਾਤਾਂ ਨੂੰ ਵੀ ਡਿਊਟੀਆਂ ਲੱਗਦੀਆਂ ਸੀ। ਕੰਪਿਊਟਰ ਦਾ ਖਰਚਾ ਵੀ ਉਦੋਂ ਬਹੁਤ ਪੈਂਦਾ ਸੀ। ਇਸ ਸੈਂਸਿਟਿਵ ਮਸ਼ੀਨਰੀ ਲਈ ਖਾਲੀ ਕਮਰੇ 'ਚ ਵੀ ਏਅਰ ਕੰਡੀਸ਼ਨਰ ਦਿਨ ਰਾਤ ਚੱਲਦਾ ਰਹਿੰਦਾ ਅਤੇ ਸਾਨੂੰ ਕੰਪਿਊਟਰ ਵਾਲੇ ਵੱਡੇ ਸਾਰੇ ਕਮਰੇ 'ਚ ਸਦਾ ਨੰਗੇ ਪੈਰੀਂ ਜਾਣ ਦਾ ਹੁਕਮ ਸੀ। ਜਦੋਂ ਸਾਡੇ ਇੱਥੇ IBM ਦਾ ਕੰਪਿਊਟਰ ਸੀ ਜੋ ਅਮਰੀਕਾ ਤੋਂ ਬੜੇ ਸਸਤੇ ਭਾਅ ਮੰਗਾਇਆ ਗਿਆ ਸੀ। ਖੈਰ ਇੱਥੇ ਜੋ ਰਿਸਰਚ ਹੁੰਦੀ ਸੀ ਉਹ ਵਧੇਰੇ ਐਗਰੀਕਲਚਰ ਸਟੈਟਿਸਟਿਕ ਦੀ 'ਤੇ ਹੀ ਹੁੰਦੀ ਸੀ। ਕਣਕ ਦੀ ਫਸਲ ਘੱਟ ਤੋਂ ਘੱਟ ਕਿੰਨੇ ਦਿਨਾਂ 'ਚ ਝਾੜ ਦਿੰਦੀ ਹੈ, ਕਿੰਨੀਆਂ ਕਿਸਮਾਂ ਦੀ ਕਣਕ ਹੁੰਦੀ ਹੈ, ਕਿਹੜੀਆਂ ਇਹਦੀਆਂ ਵੈਰਾਈਟੀਜ਼ ਹਨ, ਜਿਵੇਂ ਕਲਿਆਣ, ਸੋਨਾ, ਸੋਨਾਲੀਕਾ, ਨੰਬਰ 307, ਨੰਬਰ 227 ਆਦਿ। ਇਸ ਤਰ੍ਹਾਂ ਚਾਵਲ ਦੀ ਫਸਲ, ਗੰਨੇ ਦੀ ਫਸਲ, ਸੂਰਜਮੁਖੀ ਦੀ ਫਸਲ ਆਦਿ ਬਾਰੇ ਨਵੇਂ-ਨਵੇਂ ਤਜਰਬੇ ਵੀ ਕੀਤੇ ਜਾਂਦੇ। ਮੱਕੀ ਦੀਆਂ ਕਿਸਮਾਂ ਉੱਤੇ ਵੀ ਭਰਪੂਰ ਰਿਸਰਚ ਹੁੰਦੀ ਸੀ। ਕਈ ਵਿਗਿਆਨੀ ਤਾਂ ਬਹੁਤ ਹੀ ਕਾਬਲ ਸਨ ਜੋ ਨਵੀਆਂ ਕਿਸਮਾਂ ਤਿਆਰ ਕਰਨ ਲਈ ਨਾ ਸਿਰਫ ਸੋਚਦੇ ਹੀ ਬਲਕਿ ਦਿਨ ਰਾਤ ਕੰਮ 'ਚ ਜੁਟੇ ਰਹਿੰਦੇ, ਜਿਨ੍ਹਾਂ 'ਚ ਇੱਕ ਨਾਂ ਤਾਂ ਸਭ ਨਹੀਂ ਸੁਣਿਆ ਹੋਏਗਾ, ਡਾਕਟਰ ਸਵਾਮੀਨਾਥਨ, ਜਿਹਨੂੰ ਸਰਕਾਰ ਨੇ ਉਹਦੇ ਚੰਗੇ ਕੰਮਾਂ ਲਈ ਕਈ ਵਾਰ ਸਨਮਾਨਿਆ ਸੀ। ਪਰ ਮੈਨੂੰ ਇਹ ਕਹਿੰਦਿਆਂ ਵੀ ਝਿਜਕ ਨਹੀਂ ਕਿ ਕੋਈ ਵਿਗਿਆਨੀ ਤਾਂ ਐਸਾ ਵੀ ਉੱਥੇ ਸੀ ਜਿਸ ਵਿਚਾਰੇ ਨੂੰ ਇਹ ਵੀ ਪਤਾ ਨਹੀਂ ਸੀ ਹੁੰਦਾ ਕਿ ਮੂੰਗਫਲੀ ਰੇਤੇ ਦੇ ਹੇਠਾਂ ਹੁੰਦੀ ਹੈ ਜਾਂ ਉੱਪਰ। ਸਰਕਾਰੀ ਦਫ਼ਤਰਾਂ 'ਚ ਹੁੰਦੇ ਕੰਮਾਂ ਦਾ ਰੱਬ ਹੀ ਰਾਖਾ, ਅਤੇ ਰੱਬ ਹੀ ਜਾਣੇ ਕਿ ਇਹੋ ਜਿਹੇ ਸਰਕਾਰੀ ਅਫਸਰਾਂ ਦਾ ਬੋਝ ਸਰਕਾਰ ਕਿਵੇਂ ਚੁੱਕਦੀ ਹੈ। ਖੈਰ ਸਾਰੇ ਸੈਕਸ਼ਨ 'ਚ ਮਸ਼ੀਨਾਂ ਦਾ ਲਗਾਤਾਰ ਸ਼ੋਰ ਹੁੰਦਾ, ਟਕ ਟਕ ਟਕ। ਉਹਨਾਂ ਦਿਨਾਂ 'ਚ ਮੈਂ ਕੰਮ ਵੀ ਬਹੁਤ ਕਰਦੀ ਸੀ। ਦਿਨ 'ਚ 1900 ਕਾਰਡ ਵੀ ਰੋਜ਼ ਪੰਚ ਕਰਦੀ। ਖੈਰ ਕੰਮ ਬੰਦੇ ਦਾ ਭਾਗ ਹੁੰਦਾ, ਇਹ ਗੱਲ ਮੈਨੂੰ ਮੇਰੀ ਬੇਬੇ ਜੀ ਸਦਾ ਸਮਝਾਉਂਦੀ ਹੁੰਦੀ ਸੀ। ਇਉਂ ਕੰਮ 'ਚ ਲੱਗੇ ਰਹਿਣਾ ਹੀ ਮੇਰਾ ਕਰਮ ਸੀ ਅਤੇ ਇਹੀ ਗੱਲ ਮੈਨੂੰ ਮੇਰੀਆਂ ਬਹੁਤ ਸਾਰੀਆਂ ਚਿੰਤਾਵਾਂ ਤੋਂ ਮੁਕਤ ਵੀ ਰੱਖਦੀ। ਪਰ ਮੰਜੂ ਦੀ ਘਟਨਾ ਪਿੱਛੋਂ ਇਸ ਦਫ਼ਤਰ ਦਾ ਸਾਰਾ ਵਾਤਾਵਰਨ ਮੈਨੂੰ ਬਹੁਤ ਉਦਾਸ ਜਿਹਾ ਲੱਗਣ ਲੱਗਿਆ। ਮੈਨੂੰ ਕਈ ਵਾਰ ਬ੍ਰਾਈਟਵੇਜ਼ ਦਾ ਹਰ ਸਮੇਂ ਗਹਿਮਾ-ਗਹਿਮੀ ਭਰਿਆ ਮਾਹੌਲ ਯਾਦ ਆਉਂਦਾ, ਜਿੱਥੇ ਸੋਹਣੇ ਚਿਹਰੇ ਵੀ ਦੇਖਣ ਨੂੰ ਮਿਲਦੇ ਸਨ। ਮੈਂ ਕਿੰਨੀਆਂ ਹੀ ਫਿਲਮੀ ਹਸਤੀਆਂ ਨਾਲ ਵੀ ਗੱਲਬਾਤ ਕਰਨ ਦਾ ਮੌਕਾ ਮਿਲਦਾ ਅਤੇ ਕਿੰਨੀਆਂ ਹੀ ਫਿਲਮੀ ਹਸਤੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ। ਮੈਂ ਇੱਥੇ ਤਾਂ ਪ੍ਰਾਈਵੇਟ ਨੌਕਰੀ 'ਚ ਆਈ ਸੀ, ਪਰ ਬਾਕੀ ਤਕਰੀਬਨ ਸਾਰੀਆਂ ਹੀ ਲੜਕੀਆਂ ਸਿੱਧੀਆਂ ਸਕੂਲਾਂ ਕਾਲਜਾਂ ਵਿੱਚੋਂ। ਸਾਡੇ ਸਾਰੀਆਂ 'ਚੋਂ 3-4 ਕੁੜੀਆਂ BA ਪਾਸ ਸਨ ਅਤੇ ਬਹੁਤੀਆਂ ਪੰਜਾਬ ਮੈਟ੍ਰਿਕ ਜਾਂ ਹਾਇਰ ਸੈਕੰਡਰੀ ਪਾਸ ਸਨ। ਉਦੋਂ ਤੱਕ ਮੈਂ ਵੀ ਸਿਰਫ ਮੈਟ੍ਰਿਕ ਅਤੇ ਗਿਆਨੀ ਪਾਸ ਕੀਤੀ ਸੀ। ਖੈਰ ਹੁਣ ਦਫ਼ਤਰ 'ਚ ਕਿਸੇ ਮੁੰਡੇ ਦਾ ਟੈਲੀਫੋਨ ਆਉਂਦਾ ਤਾਂ ਕੁੜੀ ਮਸਾਂ ਹਾਂ ਹੂੰ ਹੀ ਕਰਦੀ। ਇਸੇ ਤਰ੍ਹਾਂ ਜੇਕਰ ਕਿਸੇ ਮੁੰਡੇ ਲਈ ਕਿਸੇ ਕੁੜੀ ਦਾ ਫੋਨ ਆਉਂਦਾ ਤਾਂ ਸਾਰੀ ਗੱਲਬਾਤ ਸੰਕੇਤਕ ਭਾਸ਼ਾ 'ਚ ਹੀ ਕਹੀ ਸੁਣੀ ਜਾਂਦੀ। ਲੋਧੀ ਗਾਰਡਨ, ਬੁੱਧਾ ਪਾਰਕ, ਰੀਗਲ ਆਦਿ। ਸਮੇਂ ਨੂੰ ਕੌਣ ਲਗਾਮ ਦੇ ਸਕਿਆ, ਉਹ ਤਾਂ ਹਰ ਹਾਲ ਆਪਣੀ ਚਾਲੇ ਤੁਰਦਾ ਰਹਿੰਦਾ। ਹੌਲੀ ਸਾਰਾ ਵਾਤਾਵਰਨ ਫਿਰ ਨਾਰਮਲ ਹੋਣ ਲੱਗਿਆ। ਸਾਲ 6 ਮਹੀਨੇ ਪਿੱਛੋਂ ਤਾਂ ਜਿਵੇਂ ਲੋਕੀ ਮੰਜੂ ਨੂੰ ਭੁੱਲ ਹੀ ਗਏ ਸਨ। ਫਿਰ ਉਹੀ ਕੁੜੀਆਂ ਮੁੰਡਿਆਂ ਦੇ ਫੋਨ ਆਉਣ ਲੱਗੇ। ਕੁੜੀਆਂ ਲੁਕ ਕੇ ਮੁੰਡਿਆਂ ਨੂੰ ਮਿਲਣ ਲੱਗੀਆਂ, ਕੋਈ ਕਿਸੇ ਬਾਗ 'ਚ, ਕੋਈ ਕਿਸੇ ਰੈਸਟੋਰੈਂਟ 'ਚ, ਅਤੇ ਜੋਬਨ ਰੁੱਤ ਦੀਆਂ ਘਟਾਵਾਂ ਤਾਂ ਹੁਣ ਹੋਰ ਵੀ ਜ਼ੋਰ ਸ਼ੋਰ ਨਾਲ ਗਰਜਨ ਤੇ ਵਰਸਣ ਲੱਗ ਪਈਆਂ ਸਨ। ਸ਼ਸ਼ੀ ਨੇ ਸਭ ਤੋਂ ਪਹਿਲਾਂ ਸਾਡੇ ਦਫ਼ਤਰ 'ਚ ਲਵ ਮੈਰਿਜ ਕਰਵਾਈ। ਸਖੀਆਂ ਸਹੇਲੀਆਂ ਨੂੰ ਬੁਲਾਇਆ। ਮੁੰਡਾ ਵੀ ਦਫ਼ਤਰ ਦਾ ਹੀ ਸੀ ਅਤੇ ਇਸ ਕਰਕੇ ਕਾਫੀ ਸਟਾਫ ਸ਼ਸ਼ੀ ਦੀ ਸ਼ਾਦੀ 'ਚ ਗਿਆ। ਪਰ ਜਦੋਂ ਅਸੀਂ ਸਭ ਉੱਥੇ ਪਹੁੰਚੇ ਤਾਂ ਦੇਖਿਆ ਸ਼ਸ਼ੀ ਬਹੁਤ ਉਦਾਸ ਸੀ। ਉਹਦੇ ਚਿਹਰੇ 'ਤੇ ਖੁਸ਼ੀ ਦੀ ਇੱਕ ਵੀ ਕਿਰਨ ਭਾਲਿਆ ਨਹੀਂ ਸੀ ਲੱਭ ਰਹੀ। ਕਾਰਨ ਸੀ ਸ਼ਸ਼ੀ ਦੇ ਮਾਂ ਪਿਓ ਇਸ ਸ਼ਾਦੀ 'ਚ ਸ਼ਾਮਲ ਨਹੀਂ ਸਨ ਹੋਏ।
ਇਹ ਸ਼ਾਦੀ ਸ਼ਸ਼ੀ ਦੀ ਮਾਸੀ ਦੇ ਘਰ ਹੋ ਰਹੀ ਸੀ ਤੇ ਉਹ ਹੀ ਮਾਂ ਦੇ ਫਰਜ਼ ਨਿਭਾ ਰਹੀ ਸੀ। ਖੈਰ ਸ਼ਾਦੀ ਹੋ ਗਈ, ਪਰ ਮਾਂ ਪਿਓ ਨੇ ਸ਼ਸ਼ੀ ਨੂੰ ਆਸ਼ੀਰਵਾਦ ਨਹੀਂ ਸੀ ਦਿੱਤਾ। ਇੱਕ ਹੋਰ ਕੁੜੀ ਦਾ ਵਿਆਹ ਵੀ ਇਸੇ ਤਰ੍ਹਾਂ ਹੋਇਆ। ਮੁੰਡਾ ਕਿਸੇ ਇੰਸ਼ੋਰੈਂਸ ਕੰਪਨੀ 'ਚ ਕੰਮ ਕਰਦਾ ਸੀ, ਪਰ ਇਹ ਕੁੜੀ ਪੰਜਾਬੀ ਪਰਿਵਾਰ ਵਿੱਚੋਂ ਸੀ ਤੇ ਮੁੰਡਾ ਕੋਈ ਗੁਪਤਾ। ਹੁਣ ਗੁਪਤਿਆਂ 'ਚ ਲੈਣ ਦੇਣ ਲੱਖਾਂ ਰੁਪਇਆਂ ਤੱਕ ਵੀ ਹੁੰਦਾ ਹੈ। ਇਸ ਸ਼ਾਦੀ ਵਿੱਚ ਵੀ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਮੁੰਡੇ ਦੇ ਮਾਪਿਓ ਸ਼ਾਮਲ ਨਹੀਂ ਸਨ ਹੋਏ। ਕੁੜੀ ਨੇ ਅੱਧੀ ਛੁੱਟੀ ਲੈ ਕੇ ਮੰਦਿਰ 'ਚ ਜਾ ਕੇ ਸ਼ਾਮੀ ਸ਼ਾਦੀ ਕਰ ਲਈ ਤੇ ਦੂਜੇ ਦਿਨ ਉਹ ਦਫ਼ਤਰ ਵੀ ਆ ਗਈ। ਦਫ਼ਤਰ 'ਚ ਆ ਕੇ ਉਸ ਵੇਲੇ ਇੱਕ ਖਾਸੀ ਚੰਗੀ ਪਾਰਟੀ ਦਿੱਤੀ ਗਈ। ਇਉਂ ਹੁਣ ਮੈਨੂੰ ਸਾਰਾ ਦਫ਼ਤਰ ਯੂਨੀਵਰਸਿਟੀ ਦੇ ਕੈਂਪਸ ਵਾਂਗ ਲੱਗਣ ਲੱਗਿਆ। ਜਿੱਥੇ ਦੇਖੋ ਜਵਾਨ ਮੁੰਡੇ ਕੁੜੀਆਂ ਮੂੰਹ ਨਾਲ ਮੂੰਹ ਜੋੜੀ ਖੜੇ ਬੈਠੇ ਗੱਲਾਂ 'ਚ ਮਸਤ ਦਿਖਾਈ ਦਿੰਦੇ। ਕਦੇ ਕਦੇ ਕੋਈ ਕੁੜੀ ਰੋ ਵੀ ਰਹੀ ਹੁੰਦੀ, ਕੋਈ ਕਿਸੇ ਨਾਲ ਸਿਨੇਮਾ ਦੇਖਣ ਜਾ ਰਹੀ ਹੁੰਦੀ, ਕੋਈ ਸ਼ਾਪਿੰਗ ਲਈ। ਇੱਕ ਵਾਰੀ ਤਾਂ ਇਸ ਵਾਤਾਵਰਨ ਨੇ ਜਿਵੇਂ ਮੇਰੇ ਸਮੇਤ ਸਭ ਨੂੰ ਆਪਣੀ ਵਲਗਨ 'ਚ ਲੈ ਲਿਆ ਸੀ। ਅਖੀਰਲਾ ਭਾਗ, ਮੁਹੱਬਤ ਇੱਕ ਹਾਦਸਾ। ਮਾਹੌਲ ਬੰਦੇ ਨੂੰ ਜ਼ਰੂਰ ਪ੍ਰਭਾਵਿਤ ਕਰਦਾ ਹੈ। ਮੇਰੇ ਦਫ਼ਤਰ ਦਾ ਸਾਰਾ ਮਾਹੌਲ ਉਦੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਾਲਾ ਹੋ ਚੁੱਕਿਆ ਸੀ। ਲੰਚ ਟਾਈਮ 'ਚ ਮੁਟਿਆਰਾਂ ਦੀਆਂ ਛੋਟੀਆਂ-ਛੋਟੀਆਂ ਟੋਲੀਆਂ ਇੱਧਰ ਉੱਧਰ ਨਿੱਤ ਘੁੰਮਦੀਆਂ ਦਿਖਾਈ ਦੇਣ ਲੱਗੀਆਂ। ਇਹਨਾਂ ਦੇ ਅੱਗੇ ਪਿੱਛੇ ਹੀ ਕੁਝ ਸ਼ਰਾਰਤੀ ਤੇ ਕੁਝ ਸੰਸੀਅਰ ਗੱਭਰੂਆਂ ਦੇ ਟੋਲੇ ਵੀ ਅਕਸਰ ਫਿਰਦੇ ਰਹਿੰਦੇ। ਐਸੇ ਬੇਲਗਾਮ ਤੇ ਅਲੜ ਜਿਹੇ ਮੌਸਮ 'ਚ ਮੈਨੂੰ ਵੀ ਇੱਕ ਸੁਪਨਾ ਨਿੱਤ ਦਿਖਾਈ ਦੇਣ ਲੱਗਿਆ। ਪਹਿਲੀ ਵਾਰ ਸੁਪਨੇ 'ਚ ਮੈਂ ਦੇਖਿਆ ਇੱਕ ਨਦੀ ਦੇ ਤੱਟ ਉੱਤੇ ਰਾਸ ਲੀਲਾ ਹੋ ਰਹੀ ਹੈ ਤੇ ਕ੍ਰਿਸ਼ਨ ਦੀ ਬਾਂਸਰੀ ਸੁਣ ਗੋਪੀਆਂ ਉਹਦੇ ਦੁਆਲੇ ਰਾਸ ਰਚਾ ਰਹੀਆਂ ਸਨ। ਕੁਝ ਕੁ ਦਿਨਾਂ ਪਿੱਛੋਂ ਫਿਰ ਐਸਾ ਇੱਕ ਹੋਰ ਸੁਪਨਾ ਮੈਨੂੰ ਆਇਆ। ਅਚਾਨਕ ਮੈਨੂੰ ਯਾਦ ਆਇਆ ਕਿ ਅਜੇ ਪਿਛਲੇ ਦਿਨਾਂ 'ਚ ਮੈਂ ਸੱਚਮੁੱਚ ਐਸੀ ਰਾਸਲੀਲਾ ਬਿਰਲਾ ਮੰਦਿਰ 'ਚ ਹੁੰਦੀ ਵੇਖੀ ਸੀ। ਸ਼ਾਇਦ ਇਹ ਸੁਪਨਾ ਉਸ ਰਾਸਲੀਲਾ ਦੇ ਪ੍ਰਭਾਵ ਕਾਰਨ ਹੀ ਮੈਨੂੰ ਆਇਆ ਸੀ। ਨਹੀਂ, ਤੀਜੀ ਚੌਥੀ ਵਾਰ ਮੈਨੂੰ ਇੱਕ ਅਜੀਬ ਜਿਹਾ ਸੁਪਨਾ ਆਇਆ। ਮੈਂ ਕੀ ਦੇਖਦੀ ਹਾਂ ਕਿ ਇੱਕ ਬਾਂਕਾ ਰਾਜਕੁਮਾਰ ਘੋੜੇ ਉੱਤੇ ਸਵਾਰ ਡਰਾਉਣੇ ਜੰਗਲ ਨੂੰ ਚੀਰਦਾ ਵਾਹੁਦਾ ਹੀ ਮੇਰੇ ਵੱਲ ਭੱਜਦਾ ਆ ਰਿਹਾ। ਮੈਨੂੰ ਉਹਦੀ ਸਾਰੀ ਸ਼ਕਲ ਸੂਰਤ ਰਾਸਲੀਲਾ ਵਾਲੇ ਕ੍ਰਿਸ਼ਨ ਕਨ੍ਹਈਆ ਵਰਗੀ ਦਿਖਾਈ ਦਿੰਦੀ ਹੈ। ਇੱਕ ਦਿਨ ਮੈਂ ਦੇਖਿਆ ਘੋੜਸਵਾਰ ਅਚਾਨਕ ਮੇਰੇ ਘਰ ਦੇ ਬੰਦ ਬੂਹੇ ਅੱਗੇ ਆ ਕੇ ਰੁਕ ਜਾਂਦਾ ਹੈ। ਰਾਜਕੁਮਾਰ, ਇਹ ਤਾਂ ਹੂਬਹੂ ਉਹੀ ਲੱਗਦਾ ਜੋ ਗੋਪੀਆਂ 'ਚ ਘਿਰਿਆ ਹੋਇਆ ਸੀ, ਪਰ ਮੈਂ ਤਾਂ ਰਾਧਾ ਨਹੀਂ ਤੇ ਨਾ ਹੀ ਰਾਜਕੁਮਾਰੀ। ਅਗਲੀ ਰਾਤ ਫਿਰ ਉਹੀ ਸੁਪਨਾ, ਉਹੀ ਰਾਜਕੁਮਾਰ ਮੇਰੇ ਘਰ ਦੇ ਬੰਦ ਬੂਹੇ ਅੱਗੇ ਫੇਰ ਆ ਖੜਾਉਂਦਾ ਹੈ। ਮੈਂ ਚੁੱਪਚਾਪ ਉਸ ਵੱਲ ਨਿਹਾਰਨ ਲੱਗਦੀ ਹਾਂ ਤੇ ਉਹਦੀ ਮੋਹਣੀ ਸੂਰਤ ਉੱਤੇ ਤੇ ਕਾਲੇ ਸਿਆਹ ਕੁੰਡਲਾਂ ਵਾਲੇ ਘੁੰਘਰਾਲੇ ਵੱਲ ਦੇਖ ਕੇ ਮੈਂ ਉਸ ਵੱਲ ਬਾਵਰੀ ਜੀ ਹੋਈ ਤੱਕ ਰਹੀ ਹੁੰਦੀ ਹਾਂ, ਪਰ ਉਹ ਬਿਨਾਂ ਮੈਨੂੰ ਕੁਝ ਕਹੇ ਮੁੜ ਜਾਂਦਾ ਹੈ। ਇਹਨਾਂ ਸੁਪਨਿਆਂ ਦੇ ਸੰਸਾਰ ਬਾਰੇ ਮੈਂ ਕਾਫੀ ਕੁਝ ਸੁਣ ਰੱਖਿਆ ਸੀ ਤੇ ਕਾਫੀ ਕੁਝ ਪੜ੍ਹਿਆ ਵੀ ਹੋਇਆ ਸੀ। ਇਹ ਸੁਪਨੇ ਬੰਦੇ ਨੂੰ ਭੈ-ਭੀਤ ਵੀ ਕਰਦੇ ਆ ਤੇ ਹਸਾਉਂਦੇ ਰਵਾਉਂਦੇ ਵੀ ਹੈ। ਰਾਜਕੁਮਾਰ ਵਾਲਾ ਸੁਪਨਾ ਤਾਂ ਹੁਣ ਮੈਨੂੰ ਜਿਵੇਂ ਲਗਾਤਾਰ ਹੀ ਆਉਣ ਲੱਗ ਪਿਆ ਸੀ। ਮੇਰੀ ਸਮਝ 'ਚ ਕੁਝ ਨਹੀਂ ਸੀ ਆ ਰਿਹਾ। ਇਹ ਕਿਹੋ ਜਿਹਾ ਸੁਪਨਾ ਸੀ ਜੋ ਮੈਨੂੰ ਨਿਤਾ ਪ੍ਰਤੀ ਆਉਣ ਲੱਗ ਪਿਆ ਸੀ। ਇੱਕ ਦਿਨ ਇਹੀ ਸੁਪਨਾ ਮੈਨੂੰ ਰਾਤ ਨੂੰ ਨਹੀਂ ਸਗੋਂ ਦਿਨ ਦੇ ਚਿੱਟੇ ਚਾਨਣ 'ਚ ਸਿਖਰ ਦੁਪਹਿਰੀ ਆਇਆ। ਇੱਕ ਪੱਤਰਕਾਰ ਮੇਰੇ ਦਫ਼ਤਰ ਮੈਥੋਂ ਮੇਰੀ ਕਹਾਣੀ ਨੂੰ ਹਿੰਦੀ ਭਾਸ਼ਾ 'ਚ ਅਨੁਵਾਦ ਕਰਨ ਦੀ ਇਜਾਜ਼ਤ ਮੰਗਣ ਆਇਆ ਸੀ। ਜਿਹਦੇ ਹੱਥ 'ਚ ਕਲਮ ਤਾਂ ਜ਼ਰੂਰ ਸੀ, ਪਰ ਉਹ ਕਿਸੇ ਨਾਵਲ ਜਾਂ ਕਹਾਣੀ ਦਾ ਰਚੈਤਾ ਨਹੀਂ ਸੀ। ਹੂ-ਬਹੂ ਉਹੀ ਚਿਹਰਾ, ਉਹੀ ਰੰਗ, ਉਹੀ ਰੂਪ, ਉਹੀ ਬਲੌਰੀ ਨੈਣ, ਡੂੰਘੀ ਨੀਲੀ ਝੀਲ ਵਰਗੇ ਉਹੀ ਕੁੰਡਲਾਂ ਵਾਲੇ ਸਿਆਹ ਕਾਲੇ ਵਾਲ। ਇਹ ਤਾਂ ਸੱਚਮੁੱਚ ਉਹੀ ਸੁਪਨੇ ਵਾਲਾ ਰਾਜਕੁਮਾਰ ਹੈ ਜੋ ਮੈਨੂੰ ਕਿੰਨੇ ਦਿਨਾਂ ਤੋਂ ਰੂਪ ਬਦਲ ਬਦਲ ਕੇ ਭਰਮਾ ਰਿਹਾ ਸੀ। ਮੈਂ ਉਹਦੇ ਨੈਣਾਂ ਵੱਲ ਨੀਝ ਨਾਲ ਤੱਕਿਆ। ਰਾਸਲੀਲਾ ਵਾਲਾ ਜਾਂ ਜੰਗਲ ਨੂੰ ਚੀਰ ਕੇ ਆਉਂਦਾ ਰਾਜਕੁਮਾਰ। ਮੈਂ ਤਾਂ ਰਾਜਕੁਮਾਰੀ ਨਹੀਂ ਸੀ ਤੇ ਨਾ ਹੀ ਰਾਧਾ ਜਾਂ ਰੁਕਮਣੀ, ਪਰ ਇਹ ਸੱਚਮੁੱਚ ਉਹੀ ਸੁਪਨਿਆਂ ਵਾਲਾ ਚਿੱਤ ਚੋਰ ਨਿਕਲਿਆ। बचिंत जी, मैं आपकी कहानी ढलते परछावें हिंदी में अनुवाद करने की इजाज़त मांगने आया हूँ। ਉਹਨੇ ਮੇਰੇ ਨੈਣਾਂ 'ਚ ਕਿਧਰੇ ਡੂੰਘੇ ਉਤਰਦਿਆਂ ਮੈਨੂੰ ਪੁੱਛਿਆ ਸੀ। ਮੈਂ ਉਹ ਤੋਂ ਉਹਦੇ ਬਾਰੇ ਕੁਝ ਵੀ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਨੂੰ ਭਲਾ ਕੀ ਇਤਰਾਜ਼ ਹੋ ਸਕਦਾ ਹੈ? ਚਾਹੋ ਤਾਂ ਮੇਰੀਆਂ ਇੱਕ ਤੋਂ ਵੱਧ ਕਹਾਣੀਆਂ ਵੀ ਅਨੁਵਾਦ ਕਰ ਸਕਦੇ ਹੋ। ਮੈਂ ਮੁਸਕੜੀਆਂ ਹੱਸਦਿਆਂ ਉੱਤਰ ਦਿੱਤਾ ਸੀ। ਮੇਰੀ ਇਸ ਦਬੀ ਜੀ ਹੱਸੀ ਵਿੱਚੋਂ ਉਹਨੂੰ ਨਾ ਜਾਣੇ ਕੀ ਲੱਭਿਆ। ਫਿਰ ਤਾਂ ਜਿਵੇਂ ਰੋਜ਼ ਹੀ ਉਹਨੂੰ ਮੇਰੀ ਕੋਈ ਨਾ ਕੋਈ ਕਹਾਣੀ ਅਨੁਵਾਦ ਕਰਨ ਲਈ ਲਿਖਤੀ ਇਜਾਜ਼ਤ ਲੈਣ ਦੀ ਲੋੜ ਪੈਣ ਲੱਗੀ। ਹੁਣ ਮੈਨੂੰ ਵੀ ਉਹਦਾ ਮਨਮੋਹਣਾ ਚਿਹਰਾ ਸੁੰਦਰ ਸੁੰਦਰ ਤੇ ਪਿਆਰਾ ਪਿਆਰਾ ਲੱਗਣ ਲੱਗ ਪਿਆ ਤੇ ਮੈਂ ਉਹਦਾ ਨਾਂ ਆਪਣੇ ਆਪ ਰਾਜਕੁਮਾਰ ਰੱਖ ਲਿਆ ਸੀ। ਮੈਂ ਜਦੋਂ ਵੀ ਉਹਦੇ ਨਾਲ ਗੱਲ ਕਰਦੀ ਉਹਨੂੰ ਉਹਦੇ ਨਾਂ ਨਾਲ ਕਦੇ ਨਹੀਂ ਸੀ ਬੁਲਾਉਂਦੀ, ਸਗੋਂ ਹਮੇਸ਼ਾ ਰਾਜਕੁਮਾਰ ਜੀ ਕਹਿ ਕੇ ਹੀ ਸੰਬੋਧਨ ਕਰਦੀ, ਭਾਵੇਂ ਉਹਦਾ ਅਸਲੀ ਨਾਂ ਕ੍ਰਿਸ਼ਨ ਹੀ ਸੀ। ਫਿਰ ਮੇਰੇ ਇਸ ਸ਼ਬਦ ਰਾਜਕੁਮਾਰ ਜੀ ਤੋਂ ਇੱਕ ਦਿਨ ਉਹਨੂੰ ਬਹੁਤ ਇਤਰਾਜ਼ ਹੋਇਆ। ਇਹ ਰਾਜਕੁਮਾਰ ਜੀ, ਰਾਜਕੁਮਾਰੀ ਜੀ, ਭਲਾ ਤੁਸੀਂ ਕੀ ਲਾਈ ਰੱਖਦੇ ਹੋ? ਸਿਰਫ ਰਾਜ ਕਿਉਂ ਨਹੀਂ ਬੁਲਾਉਂਦੇ? ਮੈਂ ਲਾਜਵਾਬ ਜੀ ਹੋ ਗਈ। ਰਾਜ ਮੇਰੀਆਂ ਕਹਾਣੀਆਂ ਅਨੁਵਾਦ ਕਰਦਾ ਕਰਦਾ ਇੱਕ ਦਿਨ ਆਪਣੀ ਸੱਚੀ ਕਹਾਣੀ ਆਪਣੇ ਮਨ ਦੇ ਚਿੱਤਰਪਟ ਉੱਤੇ ਉਲੀਕ ਬੈਠਾ ਤੇ ਮੈਂ ਉਹਦੀ ਇਸ ਕਹਾਣੀ ਦੀ ਨਾਇਕਾ ਸੀ। ਉਹਦੀ ਇਸ ਯਥਾਰਥਕ ਕਹਾਣੀ ਤੇ
ਅਸੀਂ ਦੋਵੇਂ ਜਿਉਂਦੇ ਜਾਗਦੇ ਪਾਤਰ। ਸਾਰੀ ਕਹਾਣੀ ਵਿੱਚ ਕਲਪਨਾ ਦੀ ਇੱਕ ਵੀ ਪਰਤ ਉਹਨੇ ਕਿਧਰੇ ਨਹੀਂ ਸੀ ਚਾੜੀ। ਕਹਾਣੀ ਦਾ ਰੰਗ ਰੂਪ ਸਵਾਰਦਾ ਉਹ ਕਹਾਣੀ ਦੇ ਸਿਖਰ ਤੱਕ ਪਹੁੰਚ ਗਿਆ, ਪਰ ਅੱਗੋਂ ਉਹਨੂੰ ਉਹਦਾ ਅੰਤ ਪਤਾ ਨਹੀਂ ਸੀ ਲੱਗ ਰਿਹਾ। ਉਹਨੇ ਮੇਰੀ ਸਹਾਇਤਾ ਮੰਗੀ, ਪਰ ਕਹਾਣੀ ਦੇ ਅੰਤ ਬਾਰੇ ਤਾਂ ਮੈਨੂੰ ਵੀ ਕੁਝ ਨਹੀਂ ਸੀ ਸੁੱਝ ਰਿਹਾ। ਇੱਕ ਦਿਨ ਉਹ ਇਸ ਅਧੂਰੀ ਕਹਾਣੀ ਨੂੰ ਲੈ ਕੇ ਮੇਰੇ ਕੋਲ ਸਾਡੇ ਘਰ ਰਣਜੀਤ ਨਗਰ ਆਇਆ। ਉਦੋਂ ਮੇਰੇ ਘਰ ਦੇ ਬੂਹੇ ਇਹਨਾਂ ਕਲਮਾਂ ਵਾਲਿਆਂ ਲਈ ਮੂਲੋਂ ਹੀ ਬੰਦ ਸਨ, ਪਰ ਮੈਂ ਰਾਜ ਲਈ ਬਿਨਾਂ ਕਿਸੇ ਡਰ ਤੇ ਭੈ ਦੇ ਦੋਵੇਂ ਬੂਹੇ ਖੋਲ੍ਹ ਉਹਨੂੰ ਬੜੇ ਆਦਰ ਸਤਿਕਾਰ ਨਾਲ ਅੰਦਰ ਬਿਠਾਇਆ। ਠੀਕ ਉਸੇ ਵੇਲੇ ਮੇਰੇ ਪਤੀ ਦੇਵ ਜੀ ਅਚਾਨਕ ਘਰ ਦੇ ਅੰਦਰ ਦਾਖਲ ਹੋਏ। ਮੈਂ ਨਹੀਂ ਜਾਣਦੀ ਕਿ ਉਹਨਾਂ ਨੂੰ ਮੇਰੇ ਸੁਪਨਿਆਂ 'ਚ ਆਉਣ ਵਾਲੇ ਇਸ ਰਾਜਕੁਮਾਰ ਦੀ ਪਹਿਲਾਂ ਤੋਂ ਹੀ ਸੂਹ ਸੀ ਜਾਂ ਉਹ ਚਾਣਚੱਕ ਆਏ ਸੀ। ਮੈਂ ਉਹਨਾਂ ਦੇ ਦਿਲ ਹੀ ਅੰਦਰ ਪੈਰ ਰੱਖਦਿਆਂ ਹੀ ਰਾਜ ਨਾਲ ਇੰਟਰੋਡਿਊਸ ਕਰਵਾਉਂਦਿਆਂ ਦੱਸਿਆ ਕਿ ਇਹ ਪਹਿਲਾਂ ਕਈ ਅਖਬਾਰਾਂ 'ਚ ਅਨੁਵਾਦਕ ਦੇ ਤੌਰ 'ਤੇ ਕੰਮ ਕਰਦੇ ਰਹੇ ਅਤੇ ਮੇਰੀਆਂ ਵੀ ਕਈ ਕਹਾਣੀਆਂ ਇਹਨਾਂ ਨੇ ਹਿੰਦੀ ਭਾਸ਼ਾ 'ਚ ਅਨੁਵਾਦ ਕੀਤੀਆਂ। ਅੱਜ ਕੱਲ੍ਹ ਇਹ ਰੇਡੀਓ ਉੱਤੇ ਐਜ਼ ਅ ਪ੍ਰੋਡਿਊਸਰ ਨਿਯੁਕਤ ਹੋਏ ਹੈ। ਬਸ ਇੰਨੀ ਗੱਲ ਮੇਰੇ ਮੂੰਹੋਂ ਨਿਕਲਣ ਦੀ ਢਿੱਲ ਸੀ ਕਿ ਸਾਡੇ ਘਰ ਦੇ ਕੋਨੇ ਅੰਦਰ ਬਿੰਦ ਵਿੱਚ ਹੀ ਦਮ ਤੋੜਵੀਂ ਇੱਕ ਘੁੱਟਣ ਚਾਰੇ ਪਾਸੇ ਫੈਲ ਗਈ। ਮੇਰੇ ਪਤੀ ਦੇਵ ਕਦੇ ਘੂਰ ਧੂਰ ਕੇ ਰਾਜ ਵੱਲ ਦੇਖਣ, ਕਦੇ ਮੇਰੇ ਵੱਲ। ਪਲਾਂ ਵਿੱਚ ਇੱਕ ਤੂਫਾਨ ਉੱਠ ਖੜਾ ਹੋਇਆ। ਫਿਰ ਜਦੋਂ ਮੈਂ ਚਾਹ ਦਾ ਕੱਪ ਸਾਰਿਆਂ ਲਈ ਲਿਆ ਕੇ ਮੇਜ਼ 'ਤੇ ਰੱਖੇ ਤਾਂ ਮੈਂ ਆਪਣੇ ਪਤੀ ਦੇ ਕ੍ਰੋਧ ਨਾਲ ਲਾਲ ਸੁਰਖ ਹੋਏ ਚਿਹਰੇ ਨੂੰ ਦੇਖ ਜਿਵੇਂ ਧੁਰ ਅੰਦਰੋਂ ਕੰਬ ਗਈ। ਮੈਨੂੰ ਲੱਗਿਆ ਜਿਵੇਂ ਮੇਰੇ ਘਰ ਦੀ ਸਾਰੀ ਛੱਤ ਬਸ ਹੁਣੇ ਸਾਡੇ ਸਾਰਿਆਂ 'ਤੇ ਡਿੱਗੀ। ਮੈਂ ਕੰਬਦੇ ਹੱਥਾਂ ਨਾਲ ਜਦੋਂ ਟਰੇ 'ਚ ਰੱਖੇ ਚਾਹ ਦੇ ਕੱਪ ਦੋਹਾਂ ਦੇ ਅੱਗੇ ਕੀਤੇ ਤਾਂ ਉਸੇ ਵੇਲੇ ਮੇਰੇ ਪਤੀ ਦੀਆਂ ਅੱਖਾਂ 'ਚੋਂ ਜਿਵੇਂ ਅੱਗ ਉਗਲਦੇ ਅੰਗਿਆਰੇ ਝੜਨ ਲੱਗੇ ਅਤੇ ਉਹਨਾਂ ਦੇ ਮੂੰਹ 'ਚੋਂ ਉਦੋਂ ਜੋ ਕੌੜੇ ਬੋਲ ਨਿਕਲੇ ਉਹਨਾਂ 'ਚੋਂ ਕੁਝ ਇਹ ਸੀ, ਚੁੱਕ ਲੈ ਪਰਾਂ ਇਹ ਸਭ, ਨਹੀਂ ਹੁਣੇ ਭੰਨ ਸੁੱਟਾਂਗਾ ਤੇਰੇ ਮੱਥੇ ਨਾਲ ਮਾਰ ਕੇ। ਮੈਂ ਸਭ ਜਾਣਦਾ ਤੁਹਾਨੂੰ ਵੱਡੇ ਲੇਖਕਾਂ ਨੂੰ। ਖਬਰਦਾਰ ਜੇ ਅੱਗੇ ਨੂੰ ਕਦੇ ਵੀ ਕਿਸੇ ਨੇ ਇਸ ਦਿਲ ਹੀ ਅੰਦਰ ਪੈਰ ਧਰਿਆ। ਰਾਜ ਨੇ ਚੁੱਪਚਾਪ ਸਭ ਕੁਝ ਸੁਣਿਆ ਅਤੇ ਫਿਰ ਬਿਨਾਂ ਕੁਝ ਬੋਲਿਆਂ ਰੋਣ ਹਾਕਾ ਜਿਹਾ ਹੁੰਦਾ ਸਾਡੇ ਘਰੋਂ ਉੱਠ ਕੇ ਸਦਾ ਲਈ ਚਲਾ ਗਿਆ। ਉਹਦੇ ਚਲੇ ਜਾਣ ਪਿੱਛੋਂ ਮੈਂ ਅੰਦਰੋਂ ਕੁੰਡਾ ਬੰਦ ਕਰਕੇ ਧਾਹਾਂ ਮਾਰ ਕੇ ਰੋਈ। ਪਿੱਛੋਂ ਕਈ ਮਹੀਨੇ ਲੰਘ ਗਏ ਅਤੇ ਫਿਰ ਕਈ ਵਰ੍ਹੇ ਰਾਜ ਦਿੱਲੀ 'ਚ ਰਹਿੰਦਾ ਹੋਇਆ ਵੀ ਮੈਨੂੰ ਕਦੇ ਨਹੀਂ ਸੀ ਮਿਲਿਆ। ਇੱਕ ਦਿਨ ਮੈਨੂੰ ਉਹਦੀ ਯਾਦ ਨੇ ਬੜਾ ਵਿਆਕੁਲ ਕੀਤਾ। ਅਚਾਨਕ ਐਤਵਾਰ ਵਾਲੇ ਦਿਨ ਮੈਂ ਪੂਸਾ ਰੋਡ ਤੋਂ ਘਰ ਨੂੰ ਮੁੜ ਰਹੀ ਸੀ। ਦੇਖਿਆ ਰਾਜ ਚਿੱਟੀ ਮਰਮਰੀ ਫੀਐਟ ਮੋਟਰ 'ਚ ਮੇਰੇ ਸਾਹਮਣੇ ਉਹਦੀ ਲੰਘਿਆ। ਉਸ ਵੇਲੇ ਉਹਨੇ ਕਲੇਜੀ ਰੰਗ ਦੀ ਕੋਟੀ ਪਹਿਨ ਰੱਖੀ ਸੀ। ਇਹ ਰੰਗ ਮੈਨੂੰ ਅਤਿਅੰਤ ਭਾਉਂਦਾ ਹੈ। ਉਹਨੂੰ ਖੁਦ ਨੂੰ ਵੀ ਇਹ ਰੰਗ ਬਹੁਤ ਪਸੰਦ ਸੀ। ਉਹਨੇ ਮੈਨੂੰ ਨਹੀਂ ਸੀ ਦੇਖਿਆ, ਪਰ ਜਿਉਂ ਹੀ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਉਹਦੀ ਲੰਘਿਆ ਮੇਰੇ ਉੱਤੇ ਜਿਵੇਂ ਬਿਜਲੀ ਡਿੱਗ ਪਈ ਹੋਵੇ। ਮੇਰੇ ਸਾਰੇ ਆਲੇ ਦੁਆਲੇ 'ਚ ਹਨੇਰਾ ਹੀ ਹਨੇਰਾ ਭਰ ਗਿਆ ਅਤੇ ਝੱਟ ਮੇਰੀਆਂ ਅੱਖਾਂ ਦੇ ਕੋਨੇ ਸਿੰਮਣ ਲੱਗ ਪਏ। ਪਲਾਂ 'ਚ ਹੀ ਸੜਕ ਉੱਤੇ ਚੱਲਦਿਆਂ ਮੇਰੀਆਂ ਅੱਖਾਂ 'ਚੋਂ ਹੰਝੂਆਂ ਦੀ ਇੱਕ ਝੜੀ ਵਹਿ ਤੁਰੀ। ਘਰ ਪਹੁੰਚਣ ਤੱਕ ਪਲ ਭਰ ਲਈ ਵੀ ਰਾਜ ਦੀ ਯਾਦ ਮੈਥੋਂ ਜੁਦਾ ਨਾ ਹੋਈ। ਮੈਂ ਕਿਉਂ ਰਾਜ ਨੂੰ ਨਹੀਂ ਮਿਲ ਸਕਦੀ? ਪਿਆਰ ਕਰਨਾ ਕੋਈ ਗੁਨਾਹ ਨਹੀਂ ਹੈ। ਗੁਰਬਾਣੀ ਵੀ ਤਾਂ ਇਹੀ ਕਹਿੰਦੀ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮੈਂ ਘਰ ਆ ਕੇ ਆਪਣੇ ਆਪ ਨਾਲ ਇੱਕ ਲੰਬਾ ਨਾ ਮੁੱਕਣ ਵਾਲਾ ਤਕਰਾਰ ਛੇੜ ਬੈਠੀ ਅਤੇ ਆਪਣੇ ਅੰਦਰ ਲੁਕੀ ਬੈਠੀ ਰਾਜ ਦੀ ਪ੍ਰੇਮਿਕਾ ਵੱਲੋਂ ਆਪਣੇ ਪਤੀ ਦੀ ਪਤਨੀ ਨਾਲ ਜੀ ਭਰ ਕੇ ਝਗੜਾ ਕੀਤਾ। ਬਾਰ ਉਹਨੂੰ ਸਮਝਾਇਆ ਕਿ ਪਿਆਰ ਕੋਈ ਗੁਨਾਹ ਨਹੀਂ, ਸਗੋਂ ਦਿਲ ਦੀਆਂ ਡੂੰਘਾਣਾਂ ਤੱਕ ਇੱਕ ਦੂਜੇ ਦਾ ਮੋਹ ਹੈ, ਸਤਿਕਾਰ ਹੈ, ਇੱਕ ਇਬਾਦਤ ਹੈ, ਇੱਕ ਪੂਜਾ ਹੈ। ਪਿਆਰ ਕਿਸੇ ਦਾ ਕਿਸੇ ਉੱਤੇ ਕੋਈ ਕਬਜ਼ਾ ਤਾਂ ਨਹੀਂ, ਸਿਰਫ ਪਹਿਚਾਣ ਹੀ ਤਾਂ ਹੈ। ਬਿਨਾਂ ਪਿਆਰ ਤੋਂ ਭਲਾ ਕੋਈ ਕਿਵੇਂ ਜੀ ਸਕਦਾ ਹੈ? ਪਿਆਰ ਤੋਂ ਬਿਨਾਂ ਜਿਉਣਾ ਤਾਂ ਉਵੇਂ ਹੀ ਹੋਇਆ ਜਿਵੇਂ ਰੂਹ ਤੋਂ ਬਿਨਾਂ ਕਲਬੂਤ। ਪਰ ਪਹਿਲਾਂ ਤਾਂ ਪਤਨੀ ਬਚਿੰਤ, ਫਿਰ ਮਾਂ ਬਚਿੰਤ। ਭਲਾ ਕਿਵੇਂ ਇਸ ਵਿਵੇਕ ਨੂੰ ਸੁਣਦੀ ਤੇ ਮੰਨਦੀ? ਉਹ ਤਾਂ ਸੰਸਕਾਰਾਂ ਦੀ ਬੱਧੀ ਹੋਈ ਤੇ ਪਰੰਪਰਾ ਨਾਲ ਜੁੜੀ ਹੋਈ ਸੀ। ਮੇਰੀ ਭਲਾ ਪ੍ਰੇਮਿਕਾ ਬਚਿੰਤ ਦੀ ਕਿਵੇਂ ਸੁਣਦੀ? ਉਹਦੀ ਤਾਂ ਬਸ ਇੱਕੋ ਰੱਟ ਸੀ, ਚੰਗੇ ਘਰਾਂ ਦੀਆਂ ਬਹੂ ਬੇਟੀਆਂ ਆਪਣੇ ਖਾਵੰਦ ਤੋਂ ਬਿਨਾਂ ਹੋਰ ਕਿਸੇ ਵੱਲ ਨਹੀਂ ਦੇਖਦੀਆਂ। ਇਉਂ ਮੈਂ ਤਰਕ ਤੇ ਤਕਰਾਰ ਦੇ ਸਾਰੇ ਹਥਿਆਰ ਚੁੱਪਚਾਪ ਸੁੱਟ ਦਿੱਤੇ। ਪਰ ਰਾਜ ਦੇ ਸੱਚੇ ਸੁੱਚੇ ਪਿਆਰ ਦੀ ਕਸਕ ਕਦੇ ਤਾਂ ਮੇਰੇ ਸੀਨੇ 'ਚ ਜਿਵੇਂ ਕੋਈ ਸੂਲ ਜਿਹੀ ਚੁੱਭ ਜਾਂਦੀ। ਫਿਰ ਕਈ ਬੀਤ ਚੁੱਕੇ ਵਰ੍ਹਿਆਂ ਪਿੱਛੋਂ ਅਚਾਨਕ ਰੇਡੀਓ 'ਚੋਂ ਇੱਕ ਦਿਨ ਇੱਕ ਬਹੁਤ ਹੀ ਮਨਹੂਸ ਖਬਰ ਮੈਂ ਸੁਬਾਹ ਸਵੇਰੇ ਸੁਣੀ। ਰਾਜ ਦੀ ਹਾਰਟ ਅਟੈਕ ਨਾਲ ਰਾਤੀ ਮੌਤ ਹੋ ਗਈ। ਇਹ ਖਬਰ ਦੇਵਕੀ ਨੰਦਨ ਪਾਂਡੇ ਨੇ ਉਹਦੀਆਂ ਸੇਵਾਵਾਂ ਬਾਰੇ ਹੋਰ ਵੀ ਬਹੁਤ ਕੁਝ ਦੱਸਦਿਆਂ ਸੁਣਾਈ ਸੀ। ਰਾਜ ਦੀ ਮੌਤ, ਰਾਜ ਮਰ ਗਿਆ। ਇਸ ਦੁਖਦਾਈ ਖਬਰ ਨੂੰ ਸੁਣ ਕੇ ਜਿਵੇਂ ਮੇਰੇ ਅੰਦਰਲੀ ਭਟਕਣਾ ਹੋਰ ਦੀ ਭਾਂਬੜ ਬਣ ਕੇ ਭੜਕ ਉੱਠੀ। ਇਸ ਖਬਰ ਨੂੰ ਸੁਣਦਿਆਂ ਸਾਰ ਜਿਵੇਂ ਉਹ ਤਾਂ ਸਾਲਮ ਸਬੂਤ ਮੇਰੇ ਹਿਰਦੇ ਦੇ ਅੰਦਰ ਜਿਉਂਦਾ ਹੋ ਗਿਆ ਸੀ। ਉਹਦਾ ਕਿਹਾ ਇੱਕ ਬੋਲ ਮੈਨੂੰ ਸੁਣਾਈ ਦੇਣ ਲੱਗਿਆ। ਉਹਦੀ ਮੂਰਤ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗੀ। ਸੱਚ ਜਾਣਿਓ ਰਾਜ ਮਰਿਆ ਨਹੀਂ ਸੀ, ਸਗੋਂ ਤਾਂ ਉਹ ਤਾਂ ਮੇਰੇ ਅੰਦਰ ਪੂਰੀ ਤਰ੍ਹਾਂ ਜਿਉਂਦਾ ਹੋ ਗਿਆ ਸੀ। ਉਹਦੇ ਵਿਛੋੜੇ 'ਚ ਮੇਰੇ ਬਿਰਹਾ ਦੀ ਕੁੱਖ ਜਰਖੇਜ਼ ਹੋ ਉੱਠੀ ਅਤੇ ਡਰਾਉਣੀਆਂ ਰਾਤਾਂ ਅੰਦਰ
ਮੇਰੀ ਕਲਮ ਲੰਮੇ ਸਮੇਂ ਤੱਕ ਲਹੂ ਦੇ ਹੰਝੂ ਕੇਰਦੀ, ਪਤਾ ਨਹੀਂ ਕੀ ਝਰੀਟਦੀ ਰਹੀ। ਤੇਰੇ ਵਿਛੋੜੇ ਦਾ ਸੱਲ ਭਾਰੀ, ਹੁਣ ਤਾਂ ਪੀੜਾਂ ਭਰੀ ਪਟਾਰੀ। ਜਿੰਦ ਤੇਰੇ ਤੋਂ ਵਾਰੀ, ਮੈਂ ਤਾਂ ਦੁਨੀਆ ਮੂਹਰੇ ਹਾਰੀ। ਤੂੰ ਮੁੜਾ ਆ ਜਾ ਇੱਕ ਵਾਰੀ ਵੇ ਮੇਰਿਆ ਹਾਣੀਆਂ ਢੋਲਾ। ਮੇਰੇ ਦਿਨ ਵੀ ਹੋਏ ਹਨੇਰੇ, ਮੈਨੂੰ ਅੱਗੇ ਹੀ ਦੁੱਖ ਬਥੇਰੇ। ਮੇਰੇ ਦੁੱਖਾਂ ਦਾ ਕੋਈ ਨਿਸ਼ਾਨੀ, ਮੇਰੀ ਰੋਂਦੀ ਹੰਝੂਆਂ ਕਾਨੀ। ਤੂੰ ਮੁੜ ਆ ਜਾ ਮੇਰੇ ਦਿਲ ਜਾਨੀ ਵੇ ਮੇਰਿਆ ਬਾਂਕਿਆ ਢੋਲਾ। ਸਿਰ ਮੁਹੱਬਤਾਂ ਦੀ ਖਾਰੀ ਭਾਰੀ, ਮੇਰੇ ਲੂੰ ਨੂੰ ਵਸਦਾ ਹਾਲੀ। ਮੈਨੂੰ ਤਾਨੇ ਦਿੰਦੀ ਦੁਨੀਆ ਸਾਰੀ, ਤੂੰ ਤੁਰ ਗਿਓ ਮੇਰੀ ਵਾਰੀ। ਕਿ ਤੂੰ ਮੁੜਾ ਲਾ ਕੇ ਤਾਰੀ ਵੇ ਮੇਰਿਆ ਰਾਜਿਆ ਢੋਲਾ। ਤੈਂ ਕਿਹਾ ਜ਼ੁਲਮ ਕਮਾਇਆ, ਮੈਂ ਨਾ ਭੇਤ ਦਿਲੇ ਦਾ ਪਾਇਆ। ਮੇਰੀ ਡਾਢੇ ਦੇ ਹੱਥ ਕਾਇਆ, ਧਰੋ ਮੇਰੇ ਨਾਲ ਕਮਾਇਆ। ਹੁਣ ਆ ਜਾ ਬਣ ਕੇ ਸਾਇਆ ਵੇ ਮੇਰਿਆ ਜ਼ੁਲਮੀਆ ਢੋਲਾ। ਬਸ ਇਹ ਪੀੜਾ ਭਰੀ ਪਟਾਰੀ ਮੈਂ ਹੁਣ ਤੱਕ ਆਪਣੇ ਟੁੱਟੇ ਜਿਹੇ ਲੋਹੇ ਦੇ ਟਰੰਕ 'ਚ ਸਾਂਭ ਰੱਖੀ ਹੈ। ਨਹੀਂ ਜਾਣਦੀ ਕਿਉਂ ਤੇ ਕਦੋਂ ਤੱਕ ਇਹਨੂੰ ਇਉਂ ਹੀ ਆਪਣੇ ਸੀਨੇ ਨਾਲ ਲਾਈ ਰੱਖਾਂਗੀ। ਬਚਿੰਤ ਕੌਰ। ਧੰਨਵਾਦ।